ਸੰਤ ਜਰਨੈਲ ਸਿੰਘ ਭਾੜ ਹੈ, ਉਹ ਬੰਦਾ ਇੱਕ ਤੀਲੀ ਵੀ ਨਹੀਂ। ਤੁਸੀਂ ਕਰਦੇ ਰਾਜਨੀਤੀ, ਮੈਂ ਕੁਛ ਨਹੀਂ ਸੀ ਕਹਿਣਾ, ਕਰੋ ਵਧੋ ਫੁੱਲੋ, ਪੰਜਾਬ ਦਾ ਨਾਂ ਅੱਗੇ ਕਰੋ, ਪੰਜਾਬ ਦੇ ਹੱਕਾਂ ਦੀ ਗੱਲ ਕਰੋ, ਪਰ ਤੁਸੀਂ ਕਹਿੰਦੇ ਹੋ ਕਿ ਅਸੀਂ ਸੰਤਾਂ ਦੇ ਵਾਰਸ ਹਾਂ। ਤੁਸੀਂ ਸੰਤਾਂ ਦੇ ਵਾਰਸ ਨਹੀਂ ਹੈਗੇ। ਜਾਂ ਤਾਂ ਇੰਟਰਵਿਊ ਕਰਕੇ ਇਤਰਾਜ਼ ਜਤਾਉਂਦਾ ਕਿ ਮੈਨੂੰ ਸੰਤ ਜਰਨੈਲ ਸਿੰਘ ਨਾਲ ਨਾ ਮਿਲਾਓ। ਅੱਜ ਵੀ ਕਹਿੰਦੇ ਸ਼ਾਂਤੀ ਰੱਖੋ, ਸ਼ਾਂਤੀ ਰੱਖੋ। ਸ਼ਾਂਤੀ ਮੜੀਆਂ 'ਚ ਹੁੰਦੀ ਜੇ। ਚਲੋ ਇੰਦਰਾ ਤਾਂ ਪਾਪਣ ਹੈ, ਰਹੇਗੀ, ਦੁਨੀਆ ਰਹਿੰਦੀ ਤੱਕ ਰਹੇਗੀ, ਪਰ ਜੇ ਆਪਾਂ ਕਹਿ ਦਈਏ ਬਾਕੀ ਆਣ ਕੇ ਕਹਿੰਦੇ ਜੀ ਬਹੁਤ ਗਲਤ ਹੋਇਆ, ਇਹ ਹੋਇਆ, ਉਹ ਹੋਇਆ। ਤੁਸੀਂ ਵੀ ਆਪ ਸੀਗੇ ਵਿੱਚ, ਅਮਿਤਾਭ ਬੱਚਨ ਵੀ ਸੀਗਾ ਜਿਹੜਾ ਕਹਿੰਦਾ ਸੀਗਾ ਕਿ ਖੂਨ ਕਾ ਬਦਲਾ ਖੂਨ ਸੇ ਲੈਂਗੇ, ਤੇ ਹੁਣ 2 ਕਰੋੜ ਰੁਪਇਆ ਦੇ ਕੇ ਕਹਿੰਦਾ ਕਿ ਮੈਂ ਦਾਗ ਮਿਟਾ ਲੂੰਗਾ। ਨਹੀਂ ਮਿਟਨੇ। ਝੰਡਾ ਸੀਗਾ ਉਹ ਖਾਲਸੇ ਦਾ ਝੰਡਾ ਸੀਗਾ, ਨਿਸ਼ਾਨ ਸਾਹਿਬ ਸੀਗਾ, ਤੇ ਉਹਨੂੰ ਮਗਰੋਂ ਫਾਇਦਾ ਲੈਣ ਵਾਲੇ ਲੈ ਗਏ, ਸਪੀਚਾਂ ਕਰਨ ਵਾਲੇ ਵੀ ਕਰ ਗਏ, ਉਸ ਚੀਜ਼ ਨੂੰ ਕੈਸ਼ ਕਰਕੇ ਉਹਦਾ ਕ੍ਰੈਡਿਟ ਵੀ ਆਪਣੇ ਸਿਰ ਲੈ ਗਏ। ਕਿ ਜੋ ਸੂਰਮਾ ਅੱਜ ਤਾਂ ਜਿਹੜਾ ਇੱਟ ਪੁੱਟਿਆ ਆਪਣੇ ਆਪ ਨੂੰ ਸੂਰਮਾ ਖਵਾਈ ਜਾਂਦਾ ਏ, ਤੇ ਸੂਰਮਾ ਕੌਣ ਹੈ? ਮਹਾਰਾਜ ਕਹਿੰਦੇ ਆ ਸੂਰਾ ਸੋ ਪਹਿਚਾਨੀਐ ਜੋ ਲਰੇ ਦੀਨ ਕੇ ਹੇਤ, ਦੀਨ ਦੇ ਹੇਤ ਲੜਦਾ ਏ। ਇੰਦਰਾ ਆਈ ਹੈ ਤੇ ਇੰਦਰਾ ਨੂੰ ਕਿਹਾ ਹੈ ਕਿ ਤੂੰ ਅਹਿਸਾਨਮੰਦ ਹੋ ਨਵੇਂ ਪਾਤਸ਼ਾਹ ਜੀ ਦਾ, ਨਹੀਂ ਤਾਂ ਤੂੰ ਅੱਜ ਬੁਰਕੇ 'ਚ ਬੰਦ ਹੋ ਕੇ ਆਉਣਾ ਸੀ। ਜਿੰਨੇ ਤੇਰੇ ਸਰੀਰ ਤੇ ਵਾਲ ਨੇ ਓਨੀ ਵਾਰੀ ਵੀ ਤੂੰ ਆਪਣੇ ਆਪ ਨੂੰ ਵਾਰ ਦਵੇਂ ਸਿੱਖ ਕੌਮ ਤੋਂ, ਤੂੰ ਕਰਜ਼ ਨਹੀਂ ਉਤਾਰ ਸਕਦੀ। ਗੁਰੂ ਮਹਾਰਾਜ ਕਹਿੰਦੇ ਆ ਤੰਗ ਆਮਦ ਬਾਜੰਗ ਆਮਦ, ਕਿ ਜਦੋਂ ਹੋਰ ਕੋਈ ਵਿਕਲਪ ਨਹੀਂ ਰਹਿ ਜਾਂਦਾ ਉਦੋਂ ਸਿੰਘ ਹਥਿਆਰ ਚੁੱਕਦਾ ਹੈ। ਸੋ ਸ਼ਾਂਤੀ ਓਨੀ ਦੇਰ ਜਿੰਨੀ ਦੇਰ ਬਣਦੀ ਹੈ। ਸੰਤ ਭਿੰਡਰਾਂ ਵਾਲਿਆਂ ਨੂੰ ਟੈਰਰਿਸਟ ਖਵਾਤਾ, ਕਿਉਂਕਿ ਹੁਣ ਵੀ ਖਵਾਈ ਗਏ ਅਸੀਂ। ਆਪਾਂ ਹੱਕ ਮੰਗੇ ਨੇ ਤੇ ਦਿੱਲੀ ਦੇ ਵਿੱਚ ਮੀਡੀਆ ਏਜੰਸੀਆਂ ਨੇ ਆਪਾਂ ਨੂੰ ਅੱਤਵਾਦੀ, ਖਾਲਿਸਤਾਨੀ, ਵੱਖਵਾਦੀ, ਪਰਜੀਵੀ, ਇਹ ਉਹ ਸਾਰਾ ਕੁਝ ਕਿਹਾ ਹੈ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਆਰਐਮਬੀ ਟੈਲੀਵਿਜ਼ਨ। ਮੈਂ ਰਤਨਦੀਪ ਸਿੰਘ ਧਾਲੀਵਾਲ। ਅਕਸਰ ਹੀ ਨੌਜਵਾਨੀ ਨੂੰ ਲੈ ਕੇ ਬੜੇ ਸਵਾਲ ਖੜੇ ਹੁੰਦੇ ਨੇ, ਪਰ ਜੇ ਅਸੀਂ ਜੂਨ 1984 ਦੀ ਗੱਲ ਕਰਦੇ ਹਾਂ, ਕੀ ਅੱਜ ਦੀ ਨੌਜਵਾਨੀ ਨੂੰ ਉਹ ਦੁਖਾਂਤ ਬਾਰੇ ਉਹ ਗੱਲਾਂ ਪਤਾ ਗਈਆਂ ਜਿਹੜੀਆਂ ਪਤਾ ਹੋਣੀਆਂ ਚਾਹੀਦੀਆਂ ਗੀਆਂ? ਖਾਸ ਕਰਕੇ ਉਹ ਗੱਲਾਂ ਜਿਹੜੇ ਉਦੋਂ ਨੌਜਵਾਨ ਸੀ, ਫੈਡਰੇਸ਼ਨ ਦੇ ਵਿੱਚ ਨੌਜਵਾਨ ਸੀ, ਉਹਨਾਂ ਨੇ ਕੀ ਕੰਮ ਕੀਤਾ, ਉਹਨਾਂ ਦੇ ਪਰਿਵਾਰਾਂ ਨੇ ਕੀ ਸੰਤਾਪ ਭੋਗਿਆ। ਪਰ ਅੱਜ ਫੈਡਰੇਸ਼ਨ ਕਿੱਥੇ ਖੜੀ ਆ, ਜਾਂ ਅੱਜ ਦੀ ਨੌਜਵਾਨੀ ਪੀੜ੍ਹੀ ਕੀ ਅਸਲ ਦੇ ਵਿੱਚ ਜਾਣਦੀ ਆ ਵੀ ਫੈਡਰੇਸ਼ਨ ਕੀ ਆ, ਜਾਂ ਫੈਡਰੇਸ਼ਨ ਦਾ ਹੁਣ ਕੀ ਵਜੂਦ ਆ, ਜਾਂ ਫੈਡਰੇਸ਼ਨ ਹੁਣ ਕਰ ਕੀ ਰਹੀ ਆ। ਇਸੇ ਮੁੱਦੇ ਦੇ ਉੱਤੇ ਗੱਲਬਾਤ ਕਰਾਂਗੇ। ਸਾਡੇ ਨਾਲ ਅੱਜ ਮੌਜੂਦ ਰਹਿਣਗੇ ਸ਼ਹੀਦਾਂ ਦੇ ਪਰਿਵਾਰ 'ਚੋਂ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਦੇ ਭਤੀਜੇ ਕੰਵਰ ਚੜਤ ਸਿੰਘ, ਜੋ ਕਿ ਫੈਡਰੇਸ਼ਨ ਦੇ ਉੱਭਰਦੇ ਹੋਏ ਚਿਹਰੇ ਵੀ ਨੇ। ਨੌਜਵਾਨੀ ਦੇ ਬਾਰੇ ਵੀ ਗੱਲ ਕਰਾਂਗੇ, ਫੈਡਰੇਸ਼ਨ ਦੀ ਵੀ ਗੱਲ ਹੋਊਗੀ, ਤੇ ਖਾਸ ਤੌਰ ਤੇ ਗੱਲ ਹੋਊਗੀ ਜਿਹੜੇ ਕਾਲੇ ਕਾਨੂੰਨ ਸੈਂਟਰ ਸਰਕਾਰ ਨੇ ਪਾਸ ਕੀਤੇ ਆ ਤੇ ਪਿਛਲੇ 6 ਮਹੀਨਿਆਂ ਤੋਂ ਅੰਦੋਲਨ ਚੱਲ ਰਿਹਾ ਹੈਗਾ। ਭਾਈ ਸਾਹਿਬ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਭ ਤੋਂ ਪਹਿਲਾਂ ਤਾਂ ਜੀ ਮੈਂ ਇਹ ਚਾਹੂੰਗਾ ਚੜਤ ਸਿੰਘ ਜੀ ਵੀ ਨੌਜਵਾਨਾਂ ਨੂੰ ਥੋੜਾ ਜਿਹਾ ਫੈਡਰੇਸ਼ਨ ਦੇ ਬਾਰੇ ਜ਼ਰੂਰ ਦੱਸੋ। ਦੇਖੋ ਵੀਰ ਜੀ, ਫੈਡਰੇਸ਼ਨ ਦਾ ਜਿਹੜਾ ਆਗਾਜ਼ ਹੈ ਜੀ, ਇਹਦੀ ਕਨਸੈਪਸ਼ਨ ਜਿਹਨੂੰ ਆਪਾਂ ਕਹਿੰਦੇ ਆ, ਉਹ 1943 ਦੇ ਵਿੱਚ ਹੁੰਦੀ ਹੈ ਜੀ, ਤੇ 1944 ਦੇ ਵਿੱਚ ਫਾਰਮੇਸ਼ਨ ਹੋ ਕੇ ਤੇ ਪਹਿਲੇ ਪ੍ਰਧਾਨ ਵਜੋਂ ਸਰਦਾਰ ਸਰੂਪ ਸਿੰਘ ਜੀ ਆਉਂਦੇ ਨੇ ਜੀ, ਤੇ ਇਹਦਾ ਪਹਿਲਾ ਹੈੱਡਕੁਆਟਰ ਲਾਹੌਰ ਸੀਗਾ, ਤੇ ਜਦੋਂ ਹਿੰਦੁਸਤਾਨ ਪਾਕਿਸਤਾਨ ਦੀ ਵੰਡ ਹੋਈ ਹੈ ਤੇ ਹੈੱਡਕੁਆਟਰ ਅੰਮ੍ਰਿਤਸਰ ਆ ਗਿਆ ਜੀ। ਤੇ ਹਮੇਸ਼ਾ ਹੀ ਫੈਡਰੇਸ਼ਨ ਯਤਨਸ਼ੀਲ ਰਹੀ ਹੈ, ਕਿਉਂਕਿ ਬਣੀ ਕਿਉਂ ਸੀਗੀ ਕਿ ਈਸਾਈ ਮਤ ਦਾ ਪ੍ਰਭਾਵ ਬਹੁਤ ਜ਼ਿਆਦਾ ਸੀ ਜੀ ਉਹਨਾਂ ਸਮਿਆਂ ਦੇ ਵਿੱਚ। ਕਈ ਰਾਜੇ ਮਹਾਰਾਜੇ, ਵੱਡੀ ਵੱਡੀ ਸੰਪਰਦਾਵਾਂ ਦੇ ਮਹਾਰਾਜੇ, ਉਹ ਈਸਾਈ ਮਤ ਧਾਰਨ ਕਰਦੇ ਸੀਗੇ ਜੀ। ਜਿਹੜੀ ਗੋਰੀ ਸਰਕਾਰ ਉਹਦੇ ਕੋਲੋਂ ਪੈਸਾ ਲੈ ਕੇ ਈਸਾਈਆਂ ਦੀ ਗੱਲ ਕਰਦੇ ਸੀਗੇ ਜੀ, ਤੇ ਸਿੱਖਾਂ ਦੇ ਮਨਾਂ ਦੇ ਵਿੱਚ, ਖਾਸ ਕਰਕੇ ਵਿਦਿਆਰਥੀਆਂ ਦੇ ਮਨਾਂ ਦੇ ਵਿੱਚ ਬਹੁਤ ਭਾਰਾ ਰੋਸ ਸੀ ਜੀ। ਸੋ ਜਦੋਂ ਖਾਲਸਾ ਕਾਲਜ ਦੇ ਵਿੱਚ ਨਾਅਰੇ ਲੱਗੇ ਨੇ ਕਿ ਪਤਿਤ ਸਿੱਖ ਪਤਿਤ ਰਾਜੇ ਵਾਪਸ ਜਾਣ ਜੀ, ਕਿਉਂਕਿ ਅਵਾਰਡ ਸੈਰੇਮਨੀ ਸੀ, ਸੋ ਉਦੋਂ ਵਿਦਿਆਰਥੀਆਂ ਨੂੰ ਉੱਧਰ ਫੜ ਕੇ ਜੇਲ੍ਹ ਦੇ ਵਿੱਚ ਪਾਇਆ ਗਿਆ ਤੇ ਉਧਰ ਤਸ਼ੱਦਦ ਉਹਨਾਂ 'ਤੇ ਕੀਤਾ ਗਿਆ। ਉਧਰ ਉਹਨਾਂ ਨੇ ਬੈਠ ਕੇ ਸੋਚਿਆ ਕਿ ਸਾਨੂੰ ਬਾਕੀ ਜਿਹੜੇ ਸਿੱਖ ਨੌਜਵਾਨ ਨੇ
ਸਿੱਖ ਵਿਦਿਆਰਥੀ ਨੇ ਜਿਨ੍ਹਾਂ ਦੇ ਦਿਲਾਂ ਦੇ ਵਿੱਚ ਸਿੱਖੀ ਦੇ ਪ੍ਰਤੀ ਕੋਈ ਜਜ਼ਬਾ ਬਾਕੀ ਹੈ, ਕਿਉਂਕਿ ਪ੍ਰਭਾਵ ਬਹੁਤ ਜ਼ਿਆਦਾ ਸੀ ਈਸਾਈ ਮਤ ਦਾ ਜੀ, ਤੇ ਉਹਨਾਂ ਨੂੰ ਅਸੀਂ ਸਾਰੇ ਜਥੇਬੰਦ ਕਰਕੇ ਤੇ ਇੱਕ ਐਸੀ ਜਥੇਬੰਦੀ ਖੜੀ ਕਰੀਏ ਜਿਹੜੇ ਸਿੱਖਾਂ ਦੀ, ਸਿੱਖ ਯੂਥ ਦੀ ਤੇ ਸਿੱਖ ਜਾਗਰਤਾ ਦੀ ਗੱਲ ਕਰ ਸਕੇ, ਸਿੱਖਾਂ ਨੂੰ ਉਹਨਾਂ ਦੇ ਇਤਿਹਾਸ ਦੇ ਨਾਲ ਵਾਕਫ ਕਰ ਸਕੇ, ਕਿਉਂਕਿ ਇਤਿਹਾਸ ਸਾਡੇ ਕੋਲੋਂ ਹੁਣ ਖੁੰਝਦਾ ਜਾਂਦਾ। ਆਪਾਂ ਵੇਖਦੇ ਹਾਂ ਨਾ ਤਾਂ ਸਟੂਡੈਂਟਾਂ ਨੂੰ ਪੜ੍ਹਾਇਆ ਜਾ ਰਿਹਾ ਸਾਡਾ ਇਤਿਹਾਸ, ਮਾੜਾ ਮੋਟਾ ਇੱਕ ਗੁਰੂ ਨਾਨਕ ਸਾਹਿਬ ਤੇ ਜਿਹੜਾ ਐਸੇ ਆ ਉਹ ਲਿਖਾ ਲੈਂਦੇ ਨੇ 8ਵੀਂ 9ਵੀਂ ਦੇ ਵਿੱਚ, ਉਸ ਤੋਂ ਬਾਅਦ ਕੁਝ ਵੀ ਨਹੀਂ। ਕਿਸੇ ਨੂੰ ਨਹੀਂ ਪਤਾ ਕਿ ਹਰੀ ਸਿੰਘ ਨਲਵੇ ਤੋਂ ਬਾਅਦ ਕੌਣ ਸੀ, ਜਾਂ ਨਿਧਾਨ ਸਿੰਘ ਪੰਜ ਹੱਥਾ ਕੌਣ ਸੀ, ਬਾਬਾ ਬਘੇਲ ਸਿੰਘ ਕੌਣ ਸੀ, ਜਰਨਲ ਜੋਰਾਵਰ ਸਿੰਘ ਕੌਣ ਹੋਇਆ ਏ, ਅਕਾਲੀ ਫੂਲਾ ਸਿੰਘ ਕੌਣ ਸੀ, ਇਹ ਨਾਮ ਹੀ ਨਹੀਂ ਪਤਾ ਜੀ। ਵੱਧ ਤੋਂ ਵੱਧ ਪਤਾ ਹੈ ਤੇ ਸੰਤ ਜਰਨੈਲ ਸਿੰਘ ਜੀ ਦਾ ਪਤਾ, ਉਹ ਵੀ ਨੌਜਵਾਨਾਂ ਨੂੰ ਪ੍ਰੇਰ ਦੇ ਹੁੰਦੇ ਸੀਗੇ ਕਿ ਬਾਣੀ ਤੇ ਪੱਕੇ ਹੋਵੋ ਜੀ। ਤੇ ਸਾਡਾ ਵੀ ਇਹੀ ਜਿਹੜਾ ਮੁੱਢਲਾ ਅਸੂਲ ਇਹ ਰਿਹਾ ਹੈ, ਸਾਡੇ 6 ਮੰਤਵ ਨੇ, ਉਹਨਾਂ ਚੋਂ ਪਹਿਲਾ ਇਹੀ ਹੈ ਕਿ ਮੁੰਡਿਆਂ ਨੂੰ ਜਥੇਬੰਦ ਕਰਕੇ ਜਿਹੜੇ ਸਿੱਖ ਪਰਿਵਾਰਾਂ ਚੋਂ ਨੇ ਜਾਂ ਗੈਰ ਸਿੱਖ ਵੀ ਨੇ, ਚਲੋ ਜਥੇਬੰਦ ਸਾਰੇ ਹੋ ਸਕਦੇ ਨੇ ਹੱਕਾਂ ਦੇ ਲਈ, ਤੇ ਉਹਨਾਂ ਤੋਂ ਹੱਕਾਂ ਤੋਂ ਜਾਣੂ ਕਰਵਾਉਣਾ ਤੇ ਹੱਕਾਂ ਦੇ ਲਈ ਉਹਨਾਂ ਨੂੰ ਜਥੇਬੰਦ ਕਰਨਾ। ਕਿਸੇ ਚੀਜ਼ ਨੂੰ ਜਿਵੇਂ ਅੱਜ ਕੱਲ੍ਹ ਤਰਕ ਦਾ ਜ਼ਮਾਨਾ ਚੱਲ ਪਿਆ ਏ, ਸੋ ਤਰਕ ਦੇ ਹਿਸਾਬ ਦੇ ਨਾਲ ਉਹਨਾਂ ਨੂੰ ਜਥੇਬੰਦ ਕਰਨਾ, ਯਤਨਸ਼ੀਲ ਕਰਨਾ ਜੀ। ਜੂਨ 84 ਦੇ ਵਿੱਚ ਜੋ ਹੋਇਆ ਸਭ ਨੂੰ ਪਤਾ ਗਾ, ਉਦੋਂ ਫੈਡਰੇਸ਼ਨ ਦੀ ਕੀ ਭੂਮਿਕਾ ਸੀ ਉਹ ਵੀ ਸਭ ਨੂੰ ਪਤਾ ਗਾ, ਉਹਦੇ ਬਾਰੇ ਵੀ ਨੌਜਵਾਨੀ ਨੂੰ ਥੋੜਾ ਜਿਹਾ ਚਾਨਣਾ ਪਾ ਦਿਓ। 1978 ਦੇ ਵਿੱਚ ਜੀ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ ਨੂੰ ਟੈਗੋਰ ਥੀਏਟਰ ਚੰਡੀਗੜ੍ਹ ਦੇ ਵਿੱਚ ਪ੍ਰਧਾਨ ਵਜੋਂ ਉਹ ਇੱਕ ਮੁੱਖ ਸੇਵਾਦਾਰ ਵਜੋਂ ਉਭਾਰਿਆ ਜਾਂਦਾ ਜੀ, ਤੇ ਉਹਨਾਂ ਨੇ ਬਖੂਬੀ ਉਹਨਾਂ ਦਿਨਾਂ ਦੇ ਵਿੱਚ, ਜਦੋਂ ਆਪਣੇ ਕੋਲ ਹੁਣ ਆਪਾਂ ਫੋਨ ਫੜਦੇ ਹਾਂ ਜੀ, ਫੇਸਬੁੱਕ ਤੇ ਸਕਰੋਲ ਕਰਕੇ ਜਿੰਨੀਆਂ ਮਰਜ਼ੀ ਇੰਟਰਵਿਊਆਂ ਪਾ ਲਈਏ ਤੇ ਵੇਖ ਲਈਏ, ਲੋਕਾਂ ਤੱਕ ਗੱਲ ਪਹੁੰਚਾਉਣੀ ਬਹੁਤ ਸੌਖੀ ਹੈ ਜੀ। ਉਹਨਾਂ ਦਿਨਾਂ ਦੇ ਵਿੱਚ ਜਦੋਂ ਕੈਮਰੇ ਨਾਲ ਕਾਲੀ ਚਿੱਟੀ ਫੋਟੋ ਲਾ ਕੇ ਤੇ ਉਹਨੂੰ ਬਣਨੀ ਦੇਣੀ ਪੈਂਦੀ ਸੀਗੀ ਕਿਤੇ, ਤੇ ਉਸ ਤੋਂ ਬਾਅਦ ਅਖਬਾਰ 'ਚ ਛਪਦੀ ਸੀਗੀ ਜਦੋਂ ਉਹਨੂੰ ਦਿਹਾੜਾ ਲੰਘ ਜਾਂਦਾ ਸੀ ਜੀ। ਉਦੋਂ ਪ੍ਰਚਾਰ ਕਰਕੇ ਅਣਥੱਕ ਪ੍ਰਚਾਰ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਵਜੋਂ ਭਾਈ ਅਮਰੀਕ ਸਿੰਘ ਜੀ ਨੇ ਤੇ ਉਹਨਾਂ ਦੀ ਜਿਹੜੀ ਸਰਕਲ ਸੀ, ਉਹਨਾਂ ਦੀ ਟੀਮ ਸੀ, ਉਹਨਾਂ ਨੇ ਅਣਥੱਕ ਪ੍ਰਚਾਰ ਕੀਤਾ। ਫੈਡਰੇਸ਼ਨ ਦੇ ਵਿੱਚ ਗੁਰਮਤਿ ਕੈਂਪ ਲਾਏ ਜਾਂਦੇ ਸੀ ਜੀ। ਗੁਰਮਤਿ ਕੈਂਪਾਂ ਦੇ ਵਿੱਚ ਕੀਰਤਨ ਵੀ ਹੁੰਦਾ ਸੀਗਾ, ਸਿੱਖੀ ਰਹਿਤ ਮਰਿਆਦਾ ਸਿਧਾਂਤ ਨਾਲ ਜੋੜਿਆ ਜਾਂਦਾ ਸੀਗਾ, ਸਾਡੇ ਇਤਿਹਾਸ ਨਾਲ ਵੀ ਜੋੜਿਆ ਜਾਂਦਾ ਸੀ, ਜਿਹਦੀ ਅੱਜ ਬਹੁਤ ਲੋੜ ਹੈ ਜੀ। ਆਪਣੀ ਭਾਸ਼ਾ ਦੇ ਨਾਲ ਵੀ, ਆਪਣੀ ਪਹਿਚਾਣ ਦੇ ਨਾਲ। ਤੁਹਾਡਾ ਵਜੂਦ ਅੱਜ ਤਾਂ ਹੈ ਜੇ ਤੁਹਾਡਾ ਇਤਿਹਾਸ ਹੋਇਆ ਹੈ, ਕਿਸੇ ਵੀ ਕੌਮ ਦਾ ਅੱਜ ਵਜੂਦ ਤਾਂ ਹੈ ਜੇ ਉਹਦਾ ਇਤਿਹਾਸ ਹੋਇਆ ਹੈ, ਤੇ ਜੇ ਕੌਮਾਂ ਆਪਣਾ ਇਤਿਹਾਸ ਭੁੱਲ ਜਾਣਗੀਆਂ ਤੇ ਫਿਰ ਰਹਿ ਜਾਣਗੇ ਜੀ। ਸੋ ਉਹਨਾਂ ਗੱਲਾਂ ਤੋਂ ਇਲਾਵਾ ਜਿਹੜਾ ਇਹ ਬਾਅਦ ਚੋਂ ਚਲੋ ਧਰਮ ਯੁੱਧ ਮੋਰਚਾ ਵੀ ਲੱਗ ਗਿਆ, ਸਾਰਾ ਕੁਝ ਹੋਇਆ, ਤੇ ਸੰਤ ਭਿੰਡਰਾਂ ਵਾਲਿਆਂ ਦੇ ਨਾਲ ਟਕਸਾਲ ਦੇ ਨਾਲ ਫੈਡਰੇਸ਼ਨ ਨੇ ਮੋਢੇ ਨਾਲ ਮੋਢਾ ਲਾ ਕੇ ਜਿਹੜੀ 84 ਦੀ ਲੜਾਈ ਲੜੀ ਹੈ ਜੀ। ਫੈਡਰੇਸ਼ਨ ਦੇ ਸਿੰਘ ਸ਼ਹੀਦ ਹੋਏ ਨੇ ਜੀ, ਟਕਸਾਲ ਦੇ ਸਿੰਘ ਸ਼ਹੀਦ ਹੋਏ ਨੇ ਸੰਤ ਜਰਨੈਲ ਸਿੰਘ ਜੀ ਦੇ ਨਾਲ ਜੀ। ਸੋ ਕਹਿਣ ਤੋਂ ਭਾਵ ਹੈ ਕਿ ਬਹੁਤ ਲੱਕ ਬੰਨ ਕੇ ਪ੍ਰਚਾਰ ਕੀਤਾ, ਗੁਰਮਤਿ ਕੈਂਪ ਕੀਤੇ, ਅੰਮ੍ਰਿਤ ਸੰਚਾਰ ਦੇ ਲਈ ਮੁੰਡਿਆਂ ਨੂੰ ਪ੍ਰੇਰਿਆ, ਸਟੂਡੈਂਟਾਂ ਦੇ ਜਿੱਧਰ ਗੱਲਾਂ ਦੇ ਵਿਦਿਆਰਥੀਆਂ ਦੇ ਹੱਕ ਉਹਨਾਂ ਨੂੰ ਜਾਣੂ ਕਰਵਾਇਆ। ਕਈ ਵਾਰੀ ਆਪਾਂ ਨੂੰ ਹੱਕ ਹੀ ਨਹੀਂ ਪਤਾ ਹੁੰਦਾ, ਆਪਾਂ ਨੂੰ ਹੁੰਦਾ ਕਿ ਚਲੋ ਇੰਝ ਹੀ ਚੱਲਦਾ ਆਉਂਦਾ, ਸ਼ਾਇਦ ਇੰਝ ਹੀ ਹੋਏਗਾ, ਸੋ ਇੰਝ ਨਹੀਂ ਹੁੰਦਾ। ਸੋ ਉਹਨਾਂ ਤੋਂ ਜਾਣੂ ਕਰਵਾ ਕੇ ਤੇ ਉਹਨਾਂ ਨੂੰ ਜਿਹੜਾ ਇੱਕ ਜਥੇਬੰਦੀ ਦੇ ਤੌਰ ਤੇ ਬਹੁਤ ਉਭਰੀ ਚਰਮ ਸੀਮਾ ਤੇ ਜੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਕਦੀ ਪਹੁੰਚੀ ਆ ਤੇ ਉਹ ਭਾਈ ਅਮਰੀਕ ਸਿੰਘ ਜੀ ਦੇ ਅਗਵਾਈ ਦੇ ਹੇਠ ਪਹੁੰਚੀ ਹੈ। ਭਾਈ ਸਾਹਿਬ, ਆਪਾਂ ਹੱਕਾਂ ਦੀ ਵੀ ਗੱਲ ਕਰਾਂਗੇ, ਪਰ ਜਿਹੜਾ ਬਲੂ ਸਟਾਰ ਦੇ ਵਿੱਚ ਜਿਹੜੀ ਫੈਡਰੇਸ਼ਨ ਦੀ ਭੂਮਿਕਾ ਰਹੀ, ਜਿਹੜੇ ਸਿੰਘ ਸ਼ਹੀਦ ਹੋਏ, ਮੁੜ ਕੇ ਉਹਦੇ ਲਈ ਜਿਹੜੀ ਫੇਰ ਫੈਡਰੇਸ਼ਨ ਉੱਠਦੀ ਆ, ਦੁਬਾਰਾ ਉਭਾਰ ਹੁੰਦਾ ਗਾ, ਉਹਦੇ ਲਈ ਫੈਡਰੇਸ਼ਨ ਨੇ ਕੀ ਕੀਤਾ? ਵੇਖੋ ਜੀ, ਜਦੋਂ 84 ਦਾ ਤਾਂ ਚਲੋ ਸਭ ਨੂੰ ਪਤਾ ਹੈ ਜੀ, ਤੇ ਭਾਈ ਸਾਹਿਬ ਸ਼ਹੀਦ ਹੋ ਗਏ ਪ੍ਰੈਜ਼ੀਡੈਂਟ ਵਜੋਂ ਜਿਹੜੀ ਸੇਵਾ ਕਰ ਰਹੇ ਸੀਗੇ, ਤੇ ਉਹਨਾਂ ਦੇ ਛੋਟੇ ਭਰਾਤਾ ਜਿਹੜੇ ਉਸ ਵੇਲੇ ਅੰਦਰ ਹੀ ਸੀਗੇ, ਕੰਪਲੈਕਸ ਦੇ ਅੰਦਰ ਸੀਗੇ, ਚਲੋ ਜਿਹਦੀ ਸ਼ਹੀਦੀ ਲਿਖੀ ਸੀ ਸ਼ਹੀਦੀ ਹੋ ਗਈ, ਲੜਦੇ ਇਹ ਗ੍ਰਿਫਤਾਰ ਹੋਏ ਜੀ, ਤੇ ਤਸ਼ੱਦਦ ਸਹਿੰਦੇ ਨਾਭਾ ਜੇਲ੍ਹ 'ਚ ਤੇ ਉਧਰ ਜੋਧਪੁਰ ਚਲੇ ਗਏ। ਜੋਧਪੁਰ ਜੇਲ੍ਹ ਦੇ ਵਿੱਚ ਗਏ ਤੇ ਹੁਣ ਇੱਕ ਲੀਡਰ ਦੀ ਲੋੜ ਸੀ ਜਿਹੜਾ ਪ੍ਰੇਰਨਾ ਬਣ ਸਕਦਾ ਨੌਜਵਾਨਾਂ ਦੇ ਲਈ, ਤੇ ਇੱਕੋ ਚਿਹਰਾ ਅੱਗੇ ਆਉਂਦਾ ਸੀਗਾ, ਭਾਵੇਂ ਰੈਜ਼ਿਸਟੈਂਸ ਬੜੀ ਸੀ, ਪਰ ਚਿਹਰਾ ਇੱਕ ਅੱਗੇ ਆਉਂਦਾ ਸੀ ਭਾਈ ਮਨਜੀਤ ਸਿੰਘ। ਫੈਡਰੇਸ਼ਨ ਦੇ ਵਜੋਂ ਇੱਕ ਜੇ ਸਿੱਖਾਂ ਦਾ ਇੱਕ ਚਿਹਰਾ ਬਣ ਕੇ ਜੇ ਕਿਸੇ ਦੀ ਸੈਂਟਰ ਦੇ ਨਾਲ ਗੱਲ ਹੋਈ ਹੈ, ਜੇ ਕਿਸੇ ਨੇ ਮਨਜ਼ੂਰ ਕਰਵਾਇਆ ਕਿ ਇਹ ਗੱਲ ਗਲਤ ਹੋਈ ਸੀਗੀ ਰਾਜੀਵ ਗਾਂਧੀ ਦੇ ਮੂੰਹੋਂ, ਤੇ ਉਹ ਭਾਈ ਮਨਜੀਤ ਸਿੰਘ ਨੇ। ਇਹ ਇਤਿਹਾਸ ਜਾਣਨਾ ਜ਼ਰੂਰੀ ਹੈ ਜੀ। 3 ਮੀਟਿੰਗਾਂ ਹੋਈਆਂ ਨੇ ਜੀ, ਜਹਾਜ਼ਾਂ ਤੋਂ ਲੈ ਕੇ ਜਾਂਦੇ ਸੀਗੇ, ਇੱਕ ਪਾਸੇ ਨਾਲ KPS ਗਿੱਲ ਖੜੋਤਾ ਹੁੰਦਾ ਸੀ ਜੀ, ਨਾਲ ਅਰਜਨ ਸਿੰਘ ਗਵਰਨਰ, ਤੇ ਜਿਹਨੇ ਧੜਕ ਹੋ ਕੇ ਗੱਲ ਕੀਤੀ ਹੈ ਉਸ ਟਾਈਮ ਦੇ ਸੂਰਮਿਆਂ ਨੇ, ਉਹ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਨੇ ਕੀਤੀ ਹੈ ਜੀ, ਤੇ ਭਾਈ ਮਨਜੀਤ ਸਿੰਘ ਨੇ ਕੀਤੀ ਹੈ, ਹਰਮਿੰਦਰ ਸਿੰਘ ਸੰਧੂ
ਉਦੋਂ ਜਨਰਲ ਸਕੱਤਰ ਸਨ, ਉਹਨਾਂ ਨੇ ਕੀਤੀ ਹੈ। ਤਾਂ ਇਹਨਾਂ ਦੀ ਭੂਮਿਕਾ ਨੂੰ ਜਿਹੜਾ ਆ ਆਪਾਂ ਅਣਡਿੱਠਾ ਨਹੀਂ ਕਰ ਸਕਦੇ। ਤੁਹਾਨੂੰ ਲੱਗਦਾ ਹੈਗਾ ਵੀ ਜੋ ਰੋਲ ਐਸਜੀਪੀਸੀ ਨੂੰ ਨਿਭਾਉਣਾ ਚਾਹੀਦਾ ਸੀ ਉਹ ਨਹੀਂ ਨਿਭਾਇਆ, ਖਾਸ ਕਰਕੇ ਉਹਨਾਂ ਪਰਿਵਾਰਾਂ ਦੇ ਲਈ ਉਹਨਾਂ ਕੁਝ ਨਹੀਂ ਕਰ ਸਕੀ ਐਸਜੀਪੀਸੀ ਜਾਂ ਫੈਡਰੇਸ਼ਨ ਨੇ ਵੀ ਕਿਹਾ ਹੋਊਗਾ, ਜਾਂ ਬੜੀਆਂ ਗੱਲਾਂ ਆਈਆਂ ਜਿਹੜੀਆਂ ਪਰਦੇ ਦੇ ਪਿੱਛੇ ਆ। ਤੁਸੀਂ ਕੁਝ ਦੱਸਣਾ ਚਾਹੋਗੇ ਕਿਉਂਕਿ ਸਵਾਲ ਬੜੇ ਉੱਠਦੇ ਨੇ। ਇੱਕ ਬੇਨਤੀ ਮੈਂ ਕਰਦਾ, ਜਿੱਧਰ ਤੱਕ ਕਿ ਫੈਡਰੇਸ਼ਨ ਦਾ ਸਵਾਲ ਹੈ ਜੀ, 1995 ਤੋਂ ਬਾਅਦ ਜੀ ਜੋ ਢਾਹ ਲੱਗੀ ਫੈਡਰੇਸ਼ਨ ਨੂੰ, ਕਿਉਂਕਿ ਅੱਜ ਆਪਾਂ ਨੌਜਵਾਨਾਂ ਨੂੰ ਪੁੱਛਦੇ ਹਾਂ, ਗੱਲ ਕਰਦੇ ਹਾਂ, ਉਹਨਾਂ 'ਚ ਵਿਚਰਦੇ ਹਾਂ ਜੀ, ਤੇ ਬੜੇ ਹੱਦ ਤੱਕ ਲੋਕਾਂ ਨੂੰ, ਮੁੰਡਿਆਂ ਨੂੰ, ਨੌਜਵਾਨਾਂ ਨੂੰ, ਸਿੱਖਾਂ ਨੂੰ ਹੀ ਫੈਡਰੇਸ਼ਨ ਬਾਰੇ ਨਹੀਂ ਪਤਾ ਜੀ। ਬੜੀ ਦੁੱਖ ਦੀ ਗੱਲ ਹੈ ਕਿ ਜਿਹੜੀ ਫੈਡਰੇਸ਼ਨ ਨੇ ਇਹਨਾਂ ਡਟ ਕੇ ਟਕਸਾਲ ਨਾਲ ਮੋਢੇ ਨਾਲ ਮੋਢਾ ਲਾ ਕੇ ਮੁਕਾਬਲਾ ਕੀਤਾ ਹੋਏ ਸੈਂਟਰ ਦੀ ਜ਼ਾਲਮ ਸਰਕਾਰ ਦਾ, ਉਹਦੇ ਬਾਰੇ ਆਪਾਂ ਨੂੰ ਪਤਾ ਹੀ ਨਹੀਂਗਾ। ਤਰਾਸਦੀ ਹੈ। ਦੂਜੀ ਗੱਲ ਆ ਗਈ ਕਿ ਉਹ 'ਚੋਂ ਸ਼ਾਖਾਵਾਂ ਨਿਕਲ ਆਈਆਂ ਫੈਡਰੇਸ਼ਨ ਦੇ ਵਿੱਚੋਂ, ਫਲਾਨੀ ਫੈਡਰੇਸ਼ਨ ਆ ਜੀ, ਇਹ ਹੈ ਉਹ ਹੈ ਜੀ, ਤੇ ਗੋਤ ਵੀ ਲਾਗੇ ਮਗਰ। ਵੈਸੇ ਤਾਂ ਜਿਹੜੇ ਅੰਮ੍ਰਿਤਧਾਰੀ ਸਿੱਖ ਫੈਡਰੇਸ਼ਨ ਦੀ ਅਗਵਾਈ ਕਰਦੇ ਰਹੇ ਨੇ, ਤੇ ਅੰਮ੍ਰਿਤਧਾਰੀ ਸਿੱਖ ਦੇ ਮਗਰ ਗੋਤ ਕੋਈ ਨਹੀਂ ਲੱਗਦੀ ਜੀ। ਤੇ ਦੂਜੀ ਗੱਲ ਆ ਕਿ ਜੋ ਸ਼ਾਖਾਵਾਂ ਬਣ ਗਈਆਂ ਤੇ ਖੇਰੂ ਖੇਰੂ ਹੋ ਗਈ ਜੀ। ਸ਼ਾਖਾਵਾਂ ਜਦੋਂ ਨਿਕਲੀਆਂ ਨੇ, ਉਸ ਤੋਂ ਬਾਅਦ ਜੋ ਵਰਕਿੰਗ ਫੈਡਰੇਸ਼ਨ ਦੀ ਜਿਸ ਪੱਧਰ ਤੇ ਸੀ, ਉਹ ਅਰਸ਼ਾਂ ਤੋਂ ਫਰਸ਼ਾਂ ਤੇ ਜਿਹੜੀ ਆ ਉਹ ਆ ਗਈ ਜੀ। ਮੈਂ ਨਹੀਂ ਕਹਿੰਦਾ ਕਿ ਫੈਡਰੇਸ਼ਨ ਦਾ ਵਜੂਦ ਮੁੱਕ ਗਿਆ, ਨਹੀਂ, ਜੋ ਵਰਕਿੰਗ ਕਰਨ ਵਾਲੀ ਸੀਗੀ ਉਹ ਨਹੀਂ ਹੋਈ ਜੀ। ਤੇ ਸਿਆਸੀ ਰੰਗਤ ਦੇ ਕੇ ਆਪਣੇ ਮੰਤਵ, ਸਾਰਿਆਂ ਨੇ ਆਪਣੇ ਮੰਤਵ ਬਣਾਏ ਹੁੰਦੇ, ਕਿਸੇ ਦਾ ਧਾਰਮਿਕ ਮੰਤਵ ਹੈ। ਵੈਸੇ ਤਾਂ ਚਲੋ ਫੈਡਰੇਸ਼ਨ ਨੇ ਟਾਈਮ ਤੇ ਵੱਡੇ ਵੱਡੇ ਬੁਲਾਰੇ ਸਿੱਖ ਕੌਮ ਨੂੰ, ਸਿੱਖ ਲੀਡਰਸ਼ਿਪ ਨੂੰ ਪੈਦਾ ਕਰਕੇ ਦਿੱਤੇ ਆ, ਕਿਉਂਕਿ ਰਾਜ ਕਰਨਾ ਮਾੜੀ ਗੱਲ ਨਹੀਂ, ਪਰ ਧਰਮ ਦੇ ਅਧੀਨ ਹੋਏ ਫਿਰ ਉਹ ਸਵੀਕਾਰ ਹੈ। ਬੁਲਾਰੇ ਪੈਦਾ ਕਰਕੇ ਦਿੱਤੇ, ਲੀਡਰ ਪੈਦਾ ਕਰਕੇ ਦਿੱਤੇ ਫੈਡਰੇਸ਼ਨ ਨੇ। ਸੋ ਉਹ ਸਿੱਧਾ ਹੀ ਕੰਮ ਜਿਹੜਾ ਆ ਪੋਲਿਟਿਕਸ ਦੇ ਵਿੱਚ ਲੈ ਗਏ। ਪਹਿਲਾ ਕੰਮ ਧਰਮ ਦਾ ਸੀਗਾ, ਫਿਰ ਪੋਲਿਟਿਕਸ ਦਾ ਸੀਗਾ, ਤੇ ਇਹ ਪਹਿਲਾਂ ਹੀ ਕੰਮ ਜਿਹੜਾ ਆ ਹੁਣ ਪੋਲਿਟਿਕਸ ਦਾ ਹੋਣ ਡਿਆ ਪਿਆ। ਸੋ ਇਸੇ ਕਰਕੇ ਉਸ ਦਰਦ ਨੂੰ ਲੈ ਕੇ ਤੇ ਫੈਡਰੇਸ਼ਨ ਉਹ ਖੜੀ ਕਰਨੀ ਚਾਹੁੰਦੇ ਆ। ਤੇ ਮੈਂ ਜਿੰਨੇ ਨੌਜਵਾਨਾਂ ਨਾਲ ਮਿਲਦੇ ਹਾਂ ਅੱਜ ਕੱਲ੍ਹ, ਮਾਝੇ 'ਚ ਜ਼ਿਆਦਾ ਅਸੀਂ ਤੋਰਾ ਫੇਰਾ ਹੈ ਤੇ ਵੈਸੇ ਸਾਡੇ ਸੰਪਰਕ ਜਿਹੜੇ ਮਾਲਵੇ 'ਚ ਵੀ ਹੈ ਨੇ, ਤਾਂ ਉਹ ਕਹਿੰਦੇ ਨੇ ਕਿ ਫੈਡਰੇਸ਼ਨ ਉਹ ਚਾਹੀਦੀ ਜਿਹੜੀ ਭਾਈ ਅਮਰੀਕ ਸਿੰਘ ਵਾਲੀ ਸੀ। ਜੇ ਹਿਸਾਬ ਨਾਲ ਉਹਨਾਂ ਨੇ ਪ੍ਰਚਾਰ ਕੀਤਾ ਸੀਗਾ ਜੀ ਕਿ ਜੋ ਸੂਰਮਾ ਅੱਜ ਤਾਂ ਜਿਹੜਾ ਇੱਟ ਪੁੱਟੇ ਆਪਣੇ ਆਪ ਨੂੰ ਸੂਰਮਾ ਖਵਾਈ ਜਾਂਦਾ ਏ, ਤੇ ਸੂਰਮਾ ਕੌਣ ਹੈ? ਮਹਾਰਾਜ ਕਹਿੰਦੇ ਆ, ਸੂਰਾ ਸੋ ਪਹਿਚਾਨੀਐ ਜੋ ਲਰੇ ਦੀਨ ਕੇ ਹੇਤ, ਦੀਨ ਦੇ ਹਿੱਤ ਲੜਦਾ ਏ, ਆਪਣੇ ਧਰਮ ਦੀ ਰਾਖੀ ਲਈ ਲੜਦਾ ਏ। ਦੇ ਨਾਲ ਉਹਨੂੰ ਕੋਈ ਨਹੀਂ, ਸਰੀਰ ਨਾਲ ਕੋਈ ਮੋਹ ਨਹੀਂ, ਗੱਲ ਜੋਤ ਦੀ ਹੁੰਦੀ ਉਸ ਤੋਂ ਬਾਅਦ। ਤਾਂ ਇਸ ਕਰਕੇ ਡਰ ਨਹੀਂ ਕੋਈ ਮੌਤ ਦਾ ਰਹਿੰਦਾ। ਫਿਰ ਕੀ ਕਹਿੰਦੇ ਨੇ, ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛੱਡਿਆ ਖੇਤ। ਕਿ ਜਦੋਂ ਇੱਕ ਵਾਰੀ ਅਕਾਲ ਪੁਰਖ ਸਾਹਮਣੇ ਅਰਦਾਸ ਕਰ ਦਿੱਤੀ, ਸ਼ਹੀਦੀ ਦੀ ਅਰਦਾਸ ਕਰ ਦਿੱਤੀ, ਜੂਝਣ ਦੀ ਅਰਦਾਸ ਕੀਤੀ ਏ ਕਿ ਸੈਂਟਰ ਸਰਕਾਰ ਨਾਲ ਟੱਕਰ ਲੈਣ ਲੱਗਿਆ, ਮਹਾਰਾਜ ਜੀ ਸ਼ਹੀਦੀਆਂ ਹੁਣ ਹੋਣਗੀਆਂ, ਤੇ ਉਦੋਂ ਫਿਰ ਮਗਰ ਨਹੀਂ ਹਟਣਾ। ਅੱਜ ਕੱਲ੍ਹ ਤਾਂ ਜਿਹੜਾ ਭੱਜਿਆ ਜਾਂਦਾ ਆ, ਮੁੜ ਕੇ ਕਹਿੰਦਾ ਕਿ ਮੈਂ ਸੂਰਮਾ ਨਿਕਲ ਆਇਆ ਜੀ। ਤੁਸੀਂ ਕਿਹਨਾਂ ਨੂੰ ਕਹਿਣਾ ਚਾਹੋਗੇ? ਮੈਂ ਕਿਸੇ ਨੂੰ ਪਾਰਟਿਕੂਲਰਲੀ ਨਹੀਂ ਕਹਿਣਾ ਚਾਹੁੰਦਾ, ਪਰ ਕਹਿਣ ਦਾ ਮਤਲਬ ਹੈ ਕਿ ਜੋ ਅਸਲੀ ਸੂਰਮੇ ਦੀ ਡੈਫੀਨੇਸ਼ਨ ਤੁਹਾਡੇ ਤੱਕ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਦੱਸਣਾ ਚਾਹੁੰਦਾ ਸੀ ਕਿ ਮੈਂ ਦੱਸੀ ਆ। ਦੂਜੀ ਗੱਲ ਰਹੀ ਐਸਜੀਪੀਸੀ ਦੀ ਜੀ, ਸਾਡੀ ਸਰਮੌਰ ਜਥੇਬੰਦੀ ਹੈ, ਬਹੁਤ ਪੁਰਾਣੀ ਜਥੇਬੰਦੀ ਹੈ। ਇਹਦੇ ਵਿੱਚੋਂ ਬੜੇ ਬੜੇ ਸੂਰਮੇ ਯੋਧੇ, ਸੂਰਬੀਰ ਪੈਦਾ ਹੋਏ ਨੇ ਜਿਨ੍ਹਾਂ ਸਿੱਖ ਕੌਮ ਦਾ ਮਾਰਗਦਰਸ਼ਨ ਕੀਤਾ ਹੈ। ਤੇ ਜਿੱਥੇ ਤੱਕ ਜਥੇਬੰਦੀਆਂ ਦੀ ਗੱਲ ਆ ਜਾਂਦੀ ਆ, ਸੰਸਥਾਵਾਂ ਦੀ ਗੱਲ ਆ ਜਾਂਦੀ ਹੈ, ਕਿਤੇ ਕੋਈ ਕਮੀ ਹੋ ਸਕਦੀ ਹੈ, ਬਟ ਜੇ ਆਪਾਂ ਆਪਣੀ ਸੰਸਥਾਵਾਂ ਤੇ ਕਿੰਤੂ ਪਰੰਤੂ ਕਰੀ ਜਾਵਾਂਗੇ, ਫਿਰ ਇੱਕ ਮੁੱਠੀ ਨੂੰ ਕੋਈ ਨਹੀਂ ਤੋੜ ਸਕਦਾ, ਪਰ ਆਪਾਂ ਇੱਕ ਇੱਕ ਕਰਕੇ ਆਪਣੀ ਉਂਗਲ ਤੜਾਵਾਂਗੇ ਤਾਂ ਤੋੜ ਦੇਣਗੇ। ਆਪਾਂ ਨੂੰ ਇਸ ਵੇਲੇ ਲੋੜ ਹੈ ਸਿੱਖ ਕੌਮ ਸਾਰੀ ਨੂੰ ਜਥੇਬੰਦ ਕਰਨ ਦੀ। ਜੀ, ਖਾਮੀਆਂ ਹੋ ਸਕਦੀਆਂ ਨੇ ਜੀ, ਮੈਂ ਸੁਣਦਾ ਹਾਂ, ਮੈਂ ਨਕਾਰਦਾ ਨਹੀਂ ਗਾ, ਮੈਂ ਕੋਈ ਸਿਆਸੀ ਬਿਆਨ ਨਹੀਂ ਦੇ ਰਿਹਾ। ਮਾਫੀ ਵੀ ਚਾਹੂੰਗਾ, ਰੋਕਣਾ ਚਾਹੂੰਗਾ। ਤੁਹਾਡੇ ਪਿਤਾ ਜੀ ਨੇ ਭਾਈ ਮਨਜੀਤ ਸਿੰਘ, ਉਹ ਵੀ ਐਸਜੀਪੀਸੀ ਦੇ ਮੈਂਬਰ ਨੇ। ਬਿਲਕੁਲ। ਨੌਜਵਾਨੀ ਦੇ ਵਿੱਚ ਹਮੇਸ਼ਾ ਉਤੇਜਨਾ ਰਹਿੰਦੀ ਹੈ। ਤੁਸੀਂ ਗੱਲਾਂ ਬਾਤਾਂ ਵੀ ਸੁਣਦੇ ਹੋਵੋਗੇ ਵੀ ਬਾਪੂ ਜੀ ਉਦੋਂ ਕੀ ਹੋਇਆ, ਉਹ ਸਮਾਂ ਕਿਹੋ ਜਿਹਾ ਸੀਗਾ, ਉਦੋਂ ਰੋਲ ਕਿਹੋ ਜਿਹਾ ਸੀ ਐਸਜੀਪੀਸੀ ਦਾ, ਫੈਡਰੇਸ਼ਨ ਦਾ ਕੀ ਸੀ, ਸਰਕਾਰ ਦਾ ਕੀ ਸੀ, ਕਾਂਗਰਸ ਕੀ ਕਰ ਰਹੀ ਸੀ। ਉਹਨਾਂ ਨੂੰ ਵੀ ਤੁਸੀਂ ਸਵਾਲ ਕੀਤੇ ਆ ਜੀ ਵੀ ਉਦੋਂ ਕੀ ਹੋਇਆ, ਉਹ ਕੀ ਦੱਸਦੇ ਨੇ ਵੀ ਹਾਂ ਉਦੋਂ ਆਹ ਚੀਜ਼ ਹੋ ਗਈ, ਆਹ ਚੀਜ਼ ਹੋ ਜਾਂਦੀ ਤਾਂ ਇਦਾਂ ਸਹੀ ਹੋ ਜਾਂਦਾ। ਤੁਸੀਂ ਕਿਸ ਕੰਟੈਕਸਟ ਦੇ ਵਿੱਚ ਤੁਸੀਂ ਐਸਜੀਪੀਸੀ ਵੱਲੋਂ ਪੁੱਛਦੇ ਹੋ ਕਿ ਫੈਡਰੇਸ਼ਨ? ਐਸਜੀਪੀਸੀ ਵੱਲੋਂ ਵੀ ਤੇ ਫੈਡਰੇਸ਼ਨ ਵੱਲੋਂ ਵੀ। ਵੇਖੋ, ਫੈਡਰੇਸ਼ਨ ਦਾ ਤਾਂ ਚਲੋ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਤੇ ਸੰਤ ਕਰਤਾਰ ਸਿੰਘ ਜੀ ਦੇ ਪਰਿਵਾਰ ਦੇ ਵਿੱਚ ਮੈਨੂੰ ਜਨਮ ਲੈਣ ਦਾ ਮੌਕਾ ਮਿਲਿਆ, ਬੜੀ ਵੱਡੀ ਗੱਲ ਹੈ ਜੀ। ਤੇ ਉਹ ਤੋਂ ਬਾਅਦ ਜਦੋਂ ਤਾਇਆ ਜੀ ਫੈਡਰੇਸ਼ਨ ਦੇ ਪ੍ਰਧਾਨ ਦੇ ਵਜੋਂ ਸੇਵਾ ਕਰਦੇ ਸੀਗੇ, ਉਹ ਸਾਰੀ ਗੱਲ ਮੈਂ ਤੁਹਾਡੇ ਨਾਲ ਕੀਤੀ ਆ। ਜੋ ਭਾਈ ਮਨਜੀਤ ਸਿੰਘ ਨੇ ਸੇਵਾ ਨਿਭਾਈ,
ਉਹ ਮੈਂ ਤੁਹਾਡੇ ਨਾਲ ਗੱਲ ਕੀਤੀ ਹੈ ਜੀ। ਤੇ ਜਿੱਧਰ ਤੱਕ ਫਾਦਰ ਸਾਹਿਬ ਦਾ ਜੀ ਅਦਾਰੇ ਦੀ ਗੱਲ ਆਉਂਦੀ ਹੈ ਤੇ ਵੱਧ ਚੜ ਕੇ, ਕਿਉਂਕਿ ਬੀੜ ਸਾਹਿਬ ਦੀ ਬੀੜ ਬਾਬਾ ਬੁੱਢਾ ਸਾਹਿਬ ਉਸ ਇਲਾਕੇ ਦੇ ਇਹਨਾਂ ਕੋਲ ਸੇਵਾ ਹੈ ਤੇ ਵੱਧ ਚੜ ਕੇ ਇਹਨਾਂ ਨੇ ਸੇਵਾ ਕਰਨ ਦਾ ਜਿਹੜਾ ਯਤਨ ਕੀਤਾ ਹੈ। ਬਾਕੀ ਜੇ ਆਪਾਂ ਵੇਖੀ ਜਾਈਏ ਕਿ ਜੀ ਆਹ ਮਾੜਾ ਤੇ ਆਹ ਮਾੜਾ ਤੇ ਆਹ ਮਾੜਾ ਹੈ ਤੇ ਆਪਾਂ ਪੋਜ਼ਿਟਿਵ, ਕਿਉਂਕਿ ਅੱਜ ਕੱਲ ਨਕਾਰਾਤਮਕ ਸੋਚ ਜਿਹੜੀ ਹੈ ਬਹੁਤ ਵੱਧ ਗਈ ਹੈ ਤੇ ਸਕਾਰਾਤਮਕ ਪੱਖ ਕੋਈ ਵੇਖਦਾ ਨਹੀਂ, ਕਹਿੰਦਾ ਨਹੀਂ ਇੱਕ ਬੰਦਾ ਮਾੜਾ ਹੈ ਸਾਰੇ ਮਾੜੇ ਹੋਣੇ ਆ, ਜਾਂ 10 ਮਾੜੇ ਆ ਤੇ ਬਾਕੀ 100 ਵੀ ਮਾੜੇ ਹੋਣੇ ਆ। ਉਹ ਭਾਵੇਂ ਕੋਈ ਪਾਰਟੀ ਹੋ ਜੇ, ਮੈਂ ਹੁਣ ਕਿਸੇ ਪਾਰਟੀ ਦੇ ਪੱਖ ਦੇ ਵਿੱਚ ਕੋਈ ਚੜ੍ਹ ਸਿੰਘ ਜੀ, ਇਹ ਵੀ ਸੱਚ ਆ ਵੀ ਕੱਚ ਤੇ ਜਿਹੜਾ ਸੱਚ ਆ ਉਹ ਚੁੱਭਦੇ ਬੜੇ ਨੇ। ਬਿਲਕੁਲ। ਕੀ ਇਹ ਵੀ ਸੱਚ ਆ ਵੀ ਸੱਚ ਬੋਲਣ ਤੋਂ ਵੀ ਜਿਹੜੀਆਂ ਸਿੱਖ ਸ਼ਖਸੀਅਤਾਂ ਗੀਆਂ, ਖਾਸ ਕਰਕੇ ਵੱਡੇ ਚਿਹਰੇ ਆ, ਉਹ ਮੂੰਹ ਫੇਰ ਲੈਂਦੇ ਨੇ ਅੱਜ ਕੱਲ, ਉਹ ਕਹਿ ਦਿੰਦੇ ਆ ਵੀ ਸਰਕਾਰ ਨਾਲ ਮੱਥਾ ਕੌਣ ਲਾਊ। ਇਹ ਸੱਚ ਹੈ? ਵੇਖੋ ਭਾਜੀ, ਜੇ ਪੋਲੀਟੀਕਲ ਬਿਆਨ ਦੀ ਗੱਲ ਆਉਂਦੀ ਆ ਤੇ ਜਿਹੜੀਆਂ ਸ਼ਖਸੀਅਤਾਂ ਨੇ ਉਹ ਉਹਨਾਂ ਦੇ ਨਿੱਜੀ ਫੈਸਲੇ ਨੇ ਕਿ ਉਹਨਾਂ ਨੇ ਕਿਵੇਂ ਦਾ ਬਿਆਨ ਦੇਣਾ, ਉਹਨਾਂ ਨੇ ਡਿਪਲੋਮੈਟਿਕ ਬਿਆਨ ਦੇਣਾ ਕਿ ਸਿੱਧਾ ਬਿਆਨ ਦੇਣਾ, ਅਸਿੱਧਾ ਬਿਆਨ ਦੇਣਾ। ਸੋ ਉਹਨਾਂ ਦੀ ਨਿੱਜੀ ਜਿਹੜੀ ਰਾਏ ਆ, ਇਹਦੇ ਤੇ ਮੈਂ ਕਮੈਂਟ ਨਹੀਂ ਕਰਾਂਗਾ ਜੀ। ਜਿਹੜਾ ਕਿਸਾਨੀ ਸੰਘਰਸ਼ ਚੱਲ ਰਿਹਾ, ਕਿਸਾਨੀ ਸੰਘਰਸ਼ ਦਾ ਰੋਲ ਕਿਵੇਂ ਦੇਖਦੇ ਹੋ? ਤੇ ਖਾਸ ਕਰਕੇ ਜੇ ਅਸੀਂ 26 ਜਨਵਰੀ ਦੀ ਗੱਲ ਕਰਦੇ ਹਾਂ, ਜਗਰਾਜ ਸਿੰਘ ਦਾ ਨਾਮ ਆਉਂਦਾਗਾ, ਤੁਸੀਂ ਪੋਸਟ ਵੀ ਪਾਈ ਆ ਪਿਛਲੇ ਦਿਨੀ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਵੇਖੋ, ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਮੈਂ ਪੇਜ ਤੇ AISSF 1944 ਦੇ ਪੇਜ ਤੇ ਮੈਂ ਪਾਈ ਹੈ ਜੀ। ਸਾਡੀ ਟੀਮ ਹੀ ਹੈ ਉਹ ਪੇਜ ਨੂੰ ਆਪਰੇਟ ਕਰਦੀ ਹੈ। ਪਹਿਲੀ ਤਾਂ ਗੱਲ, ਜਿਹੜਾ ਕਿਸਾਨੀ ਸੰਘਰਸ਼ ਹੈ, ਜੇ ਆਪਾਂ ਆਨੰਦਪੁਰ ਦਾ ਮਤਾ ਪੜ੍ਹਿਆ ਹੁੰਦਾ ਤੇ ਸੰਤ ਜਰਨੈਲ ਸਿੰਘ ਦੇ ਟਾਈਮ ਤੇ ਜੋ ਮੰਗਾਂ ਸੀਗੀਆਂ ਜੇ ਹੋ ਗਈਆਂ ਹੁੰਦੀਆਂ ਤੇ ਅੱਜ ਸੰਘਰਸ਼ ਨਾ ਚੱਲਣ ਡਿਆ ਹੁੰਦਾ। ਦੂਸਰੀ ਗੱਲ ਕਿ ਹੁਣ ਸੰਘਰਸ਼ ਚੱਲਦਾ ਪਿਆ ਹੈ ਕਿਉਂਕਿ ਉਦੋਂ ਸੂਬਿਆਂ ਦੇ ਵੱਧ ਅਧਿਕਾਰਾਂ ਦੀ ਗੱਲ ਵੀ ਕੀਤੀ ਸੀਗੀ ਸੰਤ ਜਰਨੈਲ ਸਿੰਘ ਨੇ, ਜੋ ਆਨੰਦਪੁਰ ਦਾ ਮਤਾ। ਮੈਂ ਵਿਊਅਰਸ ਨੂੰ ਵੀ ਕਹੂੰਗਾ, ਬੇਨਤੀ ਕਰੂੰਗਾ ਕਿ ਇੱਕ ਵਾਰੀ ਜ਼ਰੂਰ ਉਹਨੂੰ ਪੜ੍ਹਨਾ ਜੀ। ਤੇ ਫਿਰ ਗੱਲ ਆ ਜਾਂਦੀ ਕਿਸਾਨੀ ਸੰਘਰਸ਼ ਦੀ। ਸੰਘਰਸ਼ ਇੱਕਦਮ ਸਹੀ ਹੈ। ਜੋ ਮੰਗਾਂ ਨਹੀਂ, ਸਾਡੇ ਹੱਕ ਨੇ। ਅਸੀਂ ਮੰਗਣ ਨਹੀਂ ਗਏ ਸਰਕਾਰ ਦੇ ਕੋਲੋਂ, ਸਾਡੇ ਹੱਕ ਨੇ, ਸਾਡੇ ਹੱਕ ਬਣਦੇ ਤੇ ਅਸੀਂ ਆਪਣੇ ਹੱਕ ਲੈ ਕੇ ਰਹਾਂਗੇ। ਸਾਨੂੰ 1-2 ਸਾਲ ਦਾ ਟਾਈਮ ਨਹੀਂ ਚਾਹੀਦਾ ਕਿ ਬਾਅਦ ਚੋਂ ਫਿਰ ਤੁਸੀਂ ਲਾਗੂ ਕਰ ਦਿਓ, ਸਾਨੂੰ ਉਹ ਰੱਦ ਚਾਹੀਦੇ ਨੇ। ਮੈਂ ਹੁਣ ਕਿਸਾਨੀ ਸੰਘਰਸ਼ ਦੇ ਵਿੱਚ ਫਾਦਰ ਸਾਹਿਬ ਜੀ ਨਾਲ ਹੋ ਕੇ ਆਇਆ, ਨਾਲੇ ਸਾਡੇ ਪਿੰਡ ਤੋਂ ਵੀ ਟੀਮਾਂ ਗਈਆਂ ਨੇ। ਸੋ ਅਸੀਂ ਜੋ ਉੱਧਰ ਜਾ ਕੇ ਵੇਖਿਆ ਕਿ ਲੋਕਾਂ ਦੇ ਵਿੱਚ ਇੱਕ ਦ੍ਰਿੜਤਾ ਹੈ ਵੇਖਣ ਨੂੰ ਮਿਲਦੀ ਹੈ। ਜੋ 26 ਜਨਵਰੀ ਨੂੰ ਹੋਇਆ ਹੈ, ਲਾਲ ਕਿਲੇ ਦੇ ਉੱਤੇ ਨਿਸ਼ਾਨ ਸਾਹਿਬ ਝੁਲਾਇਆ ਗਿਆ ਹੈ ਜੀ, ਉਹ ਜਿਹੜਾ ਨੈਸ਼ਨਲ ਫਲੈਗ ਹੈਜ਼ ਬੀਨ ਡਿਸਰਿਸਪੈਕਟਡ ਦਾ ਇੱਕ ਟਵੀਟ ਵੀ ਚੱਲਦਾ ਪਿਆ ਸੀਗਾ ਤੇ ਗੋਦੀ ਮੀਡੀਆ ਨੇ ਬਹੁਤ ਚੁੱਕਿਆ ਉਹਨੂੰ, ਬਹੁਤ ਘਮਾਇਆ ਉਹਨੂੰ। ਪਰ ਉਸ ਝੰਡੇ ਦੀ ਬੇਅਦਬੀ ਨਹੀਂ ਕੀਤੀ। ਉਹ ਦੂਜਾ ਇੱਕ ਪੋਲ ਸੀ ਜਿਹਦੇ ਉੱਤੇ ਨਿਸ਼ਾਨ ਸਾਹਿਬ ਲਗਾਇਆ ਗਿਆ ਤੇ ਇਹਦੇ 'ਚ ਕੋਈ ਨਾ ਮੰਨਣ ਵਾਲੀ ਗੱਲ ਨਹੀਂ। ਸਾਡਾ ਨਿਸ਼ਾਨ ਸਾਹਿਬ ਹੈ। ਇਹ ਦੇਸ਼ ਨਾ ਹੋਤਾ ਅਗਰ ਪਿਤਾ ਦਸ਼ਮੇਸ਼ ਨਾ ਹੋਤਾ, ਤੇ ਉਹ ਖਾਲਸੇ ਦਾ ਝੰਡਾ ਹੈ ਤੇ ਖਾਲਸਾ ਨੂੰ ਪ੍ਰਗਟਾਇਆ। ਜੇ ਖਾਲਸਾ ਪ੍ਰਗਟਿਆ ਹੈ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਪ੍ਰਗਟਾਇਆ। ਸੋ ਉਸ ਚੀਜ਼ ਦਾ ਅਹਿਸਾਨ ਜਿਹੜਾ ਦਿੱਲੀ ਸਰਕਾਰ ਨੂੰ ਕਦੀ ਨਹੀਂ ਰਿਹਾ। ਦਿੱਲੀ ਸਰਕਾਰ ਦੀ ਤਾਂ ਵੈਸੇ ਵੀ ਭਾਵੇਂ ਜਿਹੜਾ ਮਰਜ਼ੀ ਹੁਕੂਮਤ ਤੇ ਬੈਠਾ ਹੈ ਦਿੱਲੀ ਦੀ ਚਲਾਉਂਦਾ ਹੈ, ਉਹਨੂੰ ਪੰਜਾਬ ਨਾਲ ਸਿੱਖਾਂ ਨਾਲ ਵੈਰ ਰਿਹਾ ਹੈ। ਸੋ ਉਹਦੇ 'ਚ ਕੋਈ ਇਤਰਾਜ਼ ਨਹੀਂ ਸੀ ਹੋਣਾ ਚਾਹੀਦਾ। ਉਹੀ ਝੰਡਾ ਸੀ ਜਿਹਨੂੰ ਰਾਜਨਾਥ ਸਿੰਘ ਨੇ ਹੱਥ 'ਚ ਫੜ ਕੇ ਤੇ ਲੇਹ ਲਦਾਖ ਦੇ ਵਿੱਚ ਜਕਾਰੇ ਛੱਡੇ ਸੀ ਕਿ ਕੀ ਦਿੱਕਤ ਆ ਗਈ ਸੀ। ਜਾਂ ਤਾਂ ਹੁੰਦਾ ਕਿ ਦੇਸ਼ ਦੇ ਝੰਡੇ ਨੂੰ ਬੇਅਦਬ ਕਰਕੇ ਤੇ ਆਪਣਾ ਝੰਡਾ ਲਗਾਇਆ ਗਿਆ ਹੁੰਦਾ। ਹੁਣ ਬਾਕੀ ਦੇਸ਼ ਨੇ, ਆਸਟਰੀਆ ਦੇ ਵਿੱਚ ਪਿਛਲੇ ਦਿਨੀ ਮੇਰੇ ਖਿਆਲ ਕੁਝ ਮਹੀਨਿਆਂ ਦੀ ਗੱਲ ਹੋ ਗਈ ਹੁਣ, ਸਿੱਖਾਂ ਨੂੰ ਕੌਮੀ ਦਰਜਾ ਦਿੱਤਾ ਜਾਂਦਾ, ਰਜਿਸਟਰਡ ਹੋ ਜਾਂਦੀ ਹੈ, ਕੌਮ ਰਜਿਸਟਰਡ ਹੋ ਗਈ ਹੈ। ਬਥੇਰੇ ਮੁਲਕ ਨੇ ਜਿਨ੍ਹਾਂ ਦੇ ਵਿੱਚ ਹੋਈ ਹੈ। ਸਾਡੇ ਮੁਲਕ ਦੇ ਵਿੱਚ ਸਿੱਖਾਂ ਨੂੰ ਪਹਿਲਾਂ ਤਾਂ ਸਹਾਇਤਾ ਲਈ ਗਈ 47 ਤੋਂ ਪਹਿਲਾਂ, ਵਿਸ਼ਵਾਸ 'ਚ ਲਿਆ ਗਿਆ, ਹਲੇ ਕਿ ਕੁਰਬਾਨੀਆਂ ਸਿੱਖਾਂ ਕੀਤੀਆਂ, ਜੇਲ੍ਹਾਂ ਸਿੱਖ ਗਏ, ਕਾਲੇ ਪਾਣੀ ਦੀ ਸਜ਼ਾ ਸਿੱਖ ਗਏ, ਫਾਂਸੀਆਂ ਤੇ ਫੰਦਿਆਂ ਨੂੰ ਚੁੰਮਿਆ ਤੇ ਸਿੱਖਾਂ ਨੇ ਚੁੰਮਿਆ ਤੇ ਲੀਡਰ ਬਣ ਕੇ ਬਹਿ ਗਏ ਜਿਹੜੇ ਭੱਜ ਗਏ, ਡਰ ਗਏ, ਨਾ ਮਰੇ ਨਾ ਡਰੇ ਤੇ ਗਾਂ ਆ ਗਏ ਮੁੜ ਕੇ। ਜੋ ਸ਼ਹੀਦੀਆਂ ਤਾਂ ਸਿੱਖਾਂ ਨੇ ਦਿੱਤੀਆਂ, 80% ਸਿੱਖਾਂ ਨੇ ਦਿੱਤੀਆਂ। ਮੈਂ ਨਹੀਂ ਕਹਿੰਦਾ ਕਿ ਬਾਕੀਆਂ ਨੇ ਨਹੀਂ ਦਿੱਤੀਆਂ, ਪਰ ਜਿਹਦਾ ਰੋਲ ਰਿਹਾ ਹੋਵੇ ਉਹਦਾ ਆਸਾਨ ਜਿਹੜਾ ਹੈ ਉਹ ਹੋਣਾ ਚਾਹੀਦਾ ਹੈ। ਤੁਹਾਨੂੰ ਇਹ ਲੱਗਦਾ ਹੈਗਾ ਵੀ ਸੈਂਟਰ ਗਵਰਨਮੈਂਟ ਵੀ ਕੁਝ ਨਹੀਂ ਕਰ ਸਕਦੀ ਸੀ ਜੇ ਆਪਣੇ 'ਚ ਗਦਾਰ ਵੀ ਨਾ ਹੁੰਦੇ? ਬਿਲਕੁਲ ਸਹੀ ਗੱਲ ਕੀਤੀ ਹੈ। ਹੁਣ ਤੁਸੀਂ ਮਾਸਟਰ ਤਾਰਾ ਸਿੰਘ ਬਲਦੇਵ ਸਿੰਘ ਜੀ ਦੀ ਗੱਲ ਕਰ ਰਹੇ ਹੋ, ਮੈਨੂੰ ਪਤਾ ਹੈ। ਤੇ ਪਰ ਚਲੋ ਆਪਾਂ ਹੁਣ ਜਦੋਂ ਬਾਅਦ ਦੀ ਗੱਲ ਕਰਦੇ ਹਾਂ, ਮੇਰੀ ਹੁਣ ਗੱਲ ਕੰਪਲੀਟ ਹੋ ਲੈਣ ਤੋਂ ਬੇਨਤੀ ਹੈ ਕਿ 47 ਤੋਂ ਬਾਅਦ ਪਹਿਲਾਂ ਤਾਂ ਵਿਸ਼ਵਾਸ 'ਚ ਲਿਆ ਗਿਆ, 47 ਤੋਂ ਬਾਅਦ ਕਹਿੰਦੇ ਜੀ ਜਰਾਇਮ ਪੇਸ਼ਾ ਕੌਮ ਹੈ, ਅਨਸਿਵਲਾਈਜ਼ਡ ਕੌਮ ਹੈ, ਤੇ ਧਾਰਾ 25B ਦੇ ਅਧੀਨ ਸਾਨੂੰ ਕੇਸ਼ਾਧਾਰੀ ਹਿੰਦੂ ਜਿਹੜਾ ਆ ਉਹ ਖਵਾਇਆ ਅਸੀਂ। ਜੇ ਹੁਣ ਮੌਜੂਦਾ ਦੌਰ ਦੀ ਵੀ ਅਸੀਂ ਗੱਲ ਕਰਦੇ ਹਾਂ ਜਾਂ ਪਿਛਲੇ ਦਹਾਕੇ ਦੀ ਗੱਲ ਕਰਦੇ ਹਾਂ, 84 ਵਾਲੇ ਦਹਾਕੇ ਦੀ ਗੱਲ ਕਰਦੇ ਹਾਂ, ਉਦੋਂ ਵੀ ਬੜਾ ਕੁਝ ਹੋ ਗਿਆ। ਜੇ ਉਦੋਂ ਵੀ
ਜਿਹੜੀ ਸਟੇਟ ਦੀ ਪੋਲਿਟਿਕਸ ਆ ਸਹੀ ਚੱਲਦੀ, ਖਾਸ ਕਰਕੇ ਸਿੱਖ ਸ਼ਖਸੀਅਤਾਂ ਸਹੀ ਚੱਲਦੀਆਂ ਤਾਂ ਅਜਿਹਾ ਕੁਝ ਨਹੀਂ ਹੋਣਾ ਸੀ। ਇਹ ਮੰਨਦੇ ਹੋ ਗੱਲ? ਇਹ ਗੱਲਾਂ ਬਾਤਾਂ ਹੁੰਦੀਆਂ ਕਾਫੀ ਹੱਦ ਤੱਕ ਜਿਹੜੀ ਆ ਇਹ ਐਸੀ ਲੀਡਰਸ਼ਿਪ ਜਿਹੜੀ ਉਸ ਟਾਈਮ ਦੀ ਸੀਗੀ, ਜੇ ਜ਼ੋਰ ਪਾਉਂਦੀ ਤੇ ਇਹ ਜਿਹੜਾ ਨੁਕਸਾਨ ਇੰਨਾ ਨਹੀਂ ਸੀ ਹੋਣਾ। ਬਾਕੀ ਮੈਂ ਤੁਹਾਨੂੰ ਇੱਕ ਗੱਲ ਵੀ ਕਲੈਰੀਫਾਈ ਕਰਦਾ ਜੀ, ਇਹ ਨੈਸ਼ਨਲ ਤੋਂ ਵੀ ਇੰਟਰਨੈਸ਼ਨਲ ਯਤਨ ਸੀਗਾ ਸਿੱਖਾਂ ਦੀ ਜਿਹੜੀ ਆ ਵੱਧਦੀ ਆਵਾਜ਼, ਕਿਉਂਕਿ ਸਿੱਖ ਹਮੇਸ਼ਾ ਆਪਣੇ ਹੱਕਾਂ ਨੂੰ ਲੈ ਕੇ ਬੜੇ ਦ੍ਰਿੜ ਰਹੇ ਨੇ ਤੇ ਬੜੇ ਵੋਕਲ ਰਹੇ ਨੇ। ਜੋ ਦਿਲ 'ਚ ਹੈ ਉਹ ਸਰਕਾਰ ਨੂੰ ਸਿੱਧਾ ਕਹਿਣਾ, ਕਿਉਂਕਿ ਇਹ ਗੱਲ 1977 ਦੇ ਵਿੱਚ ਜਦੋਂ ਸੰਤ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਜੀ 36 ਜਲੂਸ, ਵੈਸੇ ਤਾਂ ਆਪਾਂ ਹੁਣ ਨਗਰ ਕੀਰਤਨ ਕਹਿਣ ਲੱਗ ਪਏ ਆ, ਟਰਮ ਹੈਗੀ ਆ ਜਲੂਸ, 36 ਜਲੂਸ ਐਮਰਜੈਂਸੀ ਦੇ ਦੌਰਾਨ ਜਦੋਂ 4 ਬੰਦੇ ਨਹੀਂ ਸੀ ਇਕੱਠੇ ਹੋ ਸਕਦੇ, ਉਦੋਂ 36 ਜਲੂਸ ਪੰਜਾਬ 'ਚ ਕੱਢੇ ਨੇ। 37ਵਾਂ ਰਾਮਲੀਲਾ ਮੈਦਾਨ ਦੇ ਵਿੱਚ ਲੈ ਕੇ ਗਏ ਨੇ ਦਿੱਲੀ। ਇੰਦਰਾ ਆਈ ਹੈ ਤੇ ਇੰਦਰਾ ਨੂੰ ਕਿਹਾ ਹੈ ਕਿ ਤੂੰ ਅਹਿਸਾਨਮੰਦ ਹੋ ਨੌਵੇਂ ਪਾਤਸ਼ਾਹ ਜੀ ਦਾ, ਨਹੀਂ ਤਾਂ ਤੂੰ ਅੱਜ ਬੁਰਕੇ 'ਚ ਬੰਦ ਹੋ ਕੇ ਆਉਣਾ ਸੀ। ਜਿੰਨੇ ਤੇਰੇ ਸਰੀਰ ਤੇ ਵਾਲ ਨੇ ਓਨੀ ਵਾਰੀ ਵੀ ਤੂੰ ਆਪਣੇ ਆਪ ਨੂੰ ਵਾਰ ਦਵੇਂ ਸਿੱਖ ਕੌਮ ਤੋਂ, ਤੂੰ ਕਰਜ਼ ਨਹੀਂ ਉਤਾਰ ਸਕਦੀ। ਸੋ ਇੱਧਰ ਆ ਕੇ ਅਹਿਸਾਨ ਨਾ ਜਤਾਈ ਕਿ ਮੈਂ ਸਿੱਖਾਂ ਦੇ ਇੱਧਰ ਦਰਬਾਰ ਆਈ ਹਾਂ, ਆਪਣੇ ਆਪ ਨੂੰ ਖੁਸ਼ਕਿਸਮਤ ਸਮਝ ਤੇ ਅਹਿਸਾਨਮੰਦ ਹੋ। ਸੋ ਸਿੱਖ ਹਮੇਸ਼ਾ ਬੜੇ ਵੋਕਲ ਰਹੇ ਨੇ ਆਪਣੇ ਹੱਕਾਂ ਨੂੰ ਲੈ ਕੇ, ਆਪਣੇ ਸਾਰਾ ਕੁਝ। ਤੇ ਉਸ ਹੁਣ ਪੁਆਇੰਟ ਤੇ ਵਾਪਸ ਆਈਏ, ਉਸ ਪਾਵਰ ਨੂੰ ਦਬਾਉਣ ਦੇ ਲਈ ਹੁਣ ਇੱਕ ਹੈਸ਼ਟੈਗ ਚੱਲਦਾ ਪਿਆ ਸਟੈਂਡਿੰਗ ਵਿਦ ਇਜ਼ਰਾਈਲ, ਇੰਜ ਕਰਕੇ ਹੈਸ਼ਟੈਗ ਹੈਗਾ। ਉਦੋਂ ਜਿਹੜੀ ਟ੍ਰੇਨਿੰਗ ਹੈ ਫੌਜੀਆਂ ਨੂੰ, ਆਪਾਂ ਹੁਣ ਇੰਟਰਨੈਟ ਤੇ ਤੁਸੀਂ ਸਰਚ ਕਰ ਸਕਦੇ ਹੋ, ਤੇ ਮੈਨੂੰ ਹੁਣੇ ਉਸ ਰੈਜੀਮੈਂਟ ਜਿਹਾ ਦਾ ਨਾਮ ਨਹੀਂ ਚੇਤਾ ਆ ਰਿਹਾ ਜਿਹਨੇ ਟ੍ਰੇਨ ਕੀਤਾ ਸੀਗਾ ਭਾਰਤੀ ਫੌਜੀਆਂ ਨੂੰ ਕਿ ਲੜਨਾ ਕਿਵੇਂ ਹੈ। ਸੰਤ ਭਿੰਡਰਾਂ ਵਾਲਿਆਂ ਨੂੰ ਟੈਰਰਿਸਟ ਅਖਵਾਤਾ, ਕਿਉਂਕਿ ਹੁਣ ਵੀ ਅਖਵਾਈ ਗਏ ਅਸੀਂ, ਆਪਾਂ ਹੱਕ ਮੰਗੇ ਨੇ ਤੇ ਦਿੱਲੀ ਦੇ ਵਿੱਚ ਮੀਡੀਆ ਏਜੰਸੀਆਂ ਨੇ ਆਪਾਂ ਨੂੰ ਅੱਤਵਾਦੀ, ਖਾਲਿਸਤਾਨੀ, ਵੱਖਵਾਦੀ, ਪਰਜੀਵੀ, ਇਹ ਉਹ ਸਾਰਾ ਕੁਝ ਕਿਹਾ ਹੈ। ਉਦੋਂ ਚਲੋ ਮੀਡੀਆ ਘੱਟ ਸੀਗਾ, ਨਹੀਂ ਤਾਂ ਆਪਣੀ ਆਵਾਜ਼ ਹੋਰ ਬੁਲੰਦ ਹੋ ਸਕਦੀ ਸੀ। ਉਹਨਾਂ ਕੋਲੋਂ ਟ੍ਰੇਨਿੰਗ ਲੈ ਕੇ ਇੰਗਲੈਂਡ ਦੀ ਹਮਾਇਤ ਸੀ, ਉਦੋਂ ਰਸ਼ੀਆ ਦੀ ਹਮਾਇਤ ਸੀ। ਤੇ ਇੱਕ ਗੱਲ ਮੈਂ ਹੁਣ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਕਲੀਅਰ ਕਰ ਦੇਣਾ ਚਾਹੁੰਦਾ ਹਾਂ ਕਿ ਜਿਹੜੇ RSS ਵਾਲੇ ਇਹਨਾਂ ਨੂੰ ਭੰਡਦੇ ਆ, ਤੁਸੀਂ ਲਾਲ ਕ੍ਰਿਸ਼ਨ ਅਡਵਾਨੀ ਦੀ ਕਿਤਾਬ ਮਾਈ ਕੰਟਰੀ ਮਾਈ ਲਾਈਫ ਪੜ੍ਹ ਲਓ। ਪੰਨਾ 430 ਦੇ ਉੱਤੇ ਉਹਨਾਂ ਆਪ ਲਿਖਿਆ ਹੈ ਕਿ RSS ਨੇ ਉਕਸਾਇਆ ਹੈ ਇੰਦਰਾ ਗਾਂਧੀ ਨੂੰ ਹਮਲਾ ਕਰਨ ਦੇ ਲਈ। ਤੇ ਜੇ ਆਪਾਂ ਇੱਕੋ ਸ਼ਖਸੀਅਤ ਨੂੰ ਕਹਿ ਦਈਏ, ਚਲੋ ਇੰਦਰਾ ਤਾਂ ਪਾਪਣ ਹੈ, ਰਹੇਗੀ, ਦੁਨੀਆ ਰਹਿੰਦੀ ਤੱਕ ਰਹੇਗੀ, ਪਰ ਜੇ ਆਪਾਂ ਕਹਿ ਦਈਏ ਬਾਕੀ ਆਣ ਕੇ ਕਹਿੰਦੇ ਜੀ ਬਹੁਤ ਗਲਤ ਹੋਇਆ, ਇਹ ਹੋਇਆ, ਉਹ ਹੋਇਆ, ਤੁਸੀਂ ਵੀ ਆਪ ਸੀਗੇ ਵਿੱਚ, ਅਮਿਤਾਭ ਬੱਚਨ ਵੀ ਸੀਗਾ ਜਿਹੜਾ ਕਹਿੰਦਾ ਸੀਗਾ ਕਿ ਖੂਨ ਕਾ ਬਦਲਾ ਖੂਨ ਸੇ ਲੈਂਗੇ, ਤੇ ਹੁਣ 2 ਕਰੋੜ ਰੁਪਇਆ ਦੇ ਕੇ ਕਹਿੰਦਾ ਕਿ ਮੈਂ ਦਾਗ ਮਿਟਾ ਲੂੰਗਾ। ਨਹੀਂ ਮਿਟਨੇ, ਨਹੀਂ ਮਿਟਨੇ ਜੀ। ਆਪਾਂ ਜੁਗਰਾਜ ਸਿੰਘ ਦੀ ਗੱਲ ਕਰ ਰਹੇ ਸੀ। ਜੁਗਰਾਜ ਸਿੰਘ ਵੇਖੋ, ਹੁਣ 2-3 ਗੱਲਾਂ ਨੇ, ਕਾਫੀ ਸੈਂਸਿਟਿਵ ਟੌਪਿਕ ਹੈ ਤੇ ਇਹਨੂੰ ਓਪਨ ਮਾਈਂਡ ਦੇ ਨਾਲ ਦੇਖਣਾ ਪੈਣਾ, ਸੁਣਨਾ ਪੈਣਾ ਹੈ ਜੀ। ਜਦੋਂ 26 ਜਨਵਰੀ ਨੂੰ ਉਧਰ ਨੂੰ ਸੰਗਤ ਗਈ ਹੈ, ਲਾਲ ਕਿਲ੍ਹੇ ਵੱਲ ਨੂੰ ਗਈ ਹੈ ਜੀ, ਕੁਝ ਮੈਂ ਉਧਰ ਸੰਗਤ ਨਾਲ ਗੱਲ ਕੀਤੀ ਹੈ, ਕੁਝ ਸਾਡੇ ਨੋਨ ਦੇ ਵਿੱਚ ਵੀ ਸੀਗੇ ਮੁੰਡੇ ਜਿਹੜੇ ਉਧਰ ਗਏ ਨੇ ਜੀ, ਕਹਿੰਦੇ ਕਿ 60-70% ਨੂੰ ਤਾਂ ਇੰਝ ਹੀ ਲੱਗਦਾ ਸੀ ਕਿ ਜਿਵੇਂ BKU ਨੇ ਕਿਹਾ ਹੁੰਦਾ ਹੈ, ਕਿ ਕਿਸੇ ਇੱਕ ਨੌਜਵਾਨ ਨੇ ਨਹੀਂ ਕਿਹਾ ਕਿ BKU ਨੇ ਕਿਹਾ ਸੀ ਤਾਂ ਉਹਦੇ ਕਾਰਨ ਗਏ ਸੀਗੇ। ਤੇ ਝੰਡਾ ਚੜਾਇਆ ਇਹ ਜੁਗਰਾਜ ਸਿੰਘ ਨੇ, ਝੰਡਾ ਜੁਗਰਾਜ ਸਿੰਘ ਨੇ ਚੜਾਇਆ, ਇਹ ਬੱਲੇ ਬੱਲੇ ਹੋ ਗਈ ਹੈ ਕਿ ਨਿਸ਼ਾਨ ਝੁੱਲ ਗਿਆ। ਇਹ ਲੋਕਾਂ ਨੇ ਖਾਲਿਸਤਾਨ ਵੀ ਕਿਹਾ ਹੈ, ਪਰ ਜਿਹੜਾ ਝੰਡਾ ਸੀਗਾ ਉਹ ਖਾਲਸੇ ਦਾ ਝੰਡਾ ਸੀਗਾ, ਨਿਸ਼ਾਨ ਸਾਹਿਬ ਸੀਗਾ। ਤੇ ਉਹਨੂੰ ਮਗਰੋਂ ਫਾਇਦਾ ਲੈਣ ਵਾਲੇ ਲੈ ਗਏ, ਸਪੀਚਾਂ ਕਰਨ ਵਾਲੇ ਵੀ ਕਰ ਗਏ, ਉਸ ਚੀਜ਼ ਨੂੰ ਕੈਸ਼ ਕਰਕੇ ਉਹਦਾ ਕ੍ਰੈਡਿਟ ਵੀ ਆਪਣੇ ਸਿਰ ਲੈ ਗਏ। ਕਿਹਨੂੰ ਕਹਿਣਾ ਚਾਹੋਗੇ? ਆਪਾਂ ਨੂੰ ਪਤਾ ਹੈ, ਜਿਹੜੇ ਵਿਊਅਰ ਨੇ ਸਿਆਣੇ ਨੇ, ਇਹਨਾਂ ਨੂੰ ਪਤਾ ਹੈ। ਸੋ ਇਹ ਨਹੀਂ ਮੈਂ ਕਹਿੰਦਾ ਕਿ ਕੋਈ ਰਾਜਨੀਤੀ ਨਾ ਕਰੇ, ਠੀਕ ਹੈ, ਬਟ ਜਿਹੜਾ ਮੁੱਦਾ ਸੀਗਾ ਰਾਜਨੀਤੀ ਵਾਲਾ ਹੈ ਨਹੀਂ ਸੀਗਾ। ਤੇ ਜਿਹੜਾ ਜੁਗਰਾਜ ਸਿੰਘ ਹੈ ਇਸ ਵੇਲੇ ਅੰਡਰਗਰਾਊਂਡ ਹੈ। ਸਭ ਤੋਂ ਜ਼ਿਆਦਾ ਜਿਹੜੀ ਦੁੱਖ ਦੀ ਗੱਲ ਜਿਹੜੀ ਸੁਣਨ ਨੂੰ ਮੈਨੂੰ ਪਈ ਹੈ ਮੇਰੇ ਕੰਨਾਂ ਦੇ ਵਿੱਚ ਕਿ ਸੋਗ ਦੇ ਵਿੱਚ ਦਾਦੀ ਪੂਰੀ ਹੋ ਗਈ ਹੈ। ਪਰਿਵਾਰ ਤੇ ਮਾਤਮ ਹੈ, ਜਵਾਨ ਮੁੰਡਾ ਹੈ, ਭਰ ਜਵਾਨੀ ਦੇ ਵਿੱਚ ਹੈ, ਤੇ ਇਸ ਵੇਲੇ ਅਤਾ ਪਤਾ ਹੀ ਕੋਈ ਨਹੀਂ ਗਾ, ਕਿਤੇ ਤਸ਼ੱਦਦ ਸਹਿਣ ਦੇ ਹੋਏ। ਤੁਸੀਂ ਫੈਡਰੇਸ਼ਨ ਵੱਲੋਂ ਖਾਦਾ ਨਾਰਾ ਮਾਰਿਆ? ਬਿਲਕੁਲ ਮਾਰਿਆ ਜੀ। ਤੁਸੀਂ ਸਾਡੇ ਫੇਸਬੁੱਕ ਪੋਸਟ ਤੇ ਜਾ ਕੇ ਵੇਖ ਲਓ। ਸਾਡੇ ਉਂਝ ਅਸੀਂ ਜਦੋਂ ਵਿਚਰਦੇ ਹਾਂ ਤੇ ਅਸੀਂ ਜੁਗਰਾਜ ਸਿੰਘ ਦਾ ਜ਼ਰੂਰ ਪੱਖ ਅਸੀਂ ਕਰਦੇ ਹਾਂ ਪੂਰਾ ਜੀ। ਤੇ ਇਹ ਚਾਹੀਦਾ ਆਪਾਂ ਨੂੰ ਸਮਝਣਾ ਚਾਹੀਦਾ ਹੈ ਕਿ ਉਹ ਸਫਲ ਕਿਉਂ ਹੋਇਆ।
ਜੋ ਕਰਮ ਉੱਤੇ ਕੀਤੇ ਨੇ ਜਾ ਕੇ, ਜਿਹਦੇ ਕਾਰਨ ਉਹ ਨੈਸ਼ਨਲ ਮੀਡੀਆ, ਇੰਟਰਨੈਸ਼ਨਲ ਮੀਡੀਆ ਨੇ ਚੁੱਕਿਆ ਹੈ, ਉਸ ਬੰਦੇ ਦਾ ਪਤਾ ਨਹੀਂ ਹੈ। ਪਰ ਕ੍ਰੈਡਿਟ ਲੈਣ ਵਾਲੇ ਗਾਂ ਆ ਕੇ ਕਹਿੰਦੇ ਅਸੀਂ ਸੰਤ ਜਰਨੈਲ ਸਿੰਘ ਦੇ ਵਾਰਸ ਹਾਂ। ਬੜੀ ਸ਼ਰਮ ਵਾਲੀ ਗੱਲ ਆ। ਉਹਦੇ ਨਾਲ ਮੁੰਡੇ ਨੇ ਕਹਿੰਦੇ ਕਿ ਇਹ ਜੀ ਕੌਮ ਦਾ ਭਵਿੱਖ ਹੈ। ਸਪੋਰਟ ਸੰਤ ਭਿੰਡਰਾਂ ਵਾਲਿਆਂ ਨੂੰ ਵੀ ਕਰਦੇ ਨੇ, ਪਰ ਪਤਾ ਨਹੀਂ ਕਿ ਸੰਤ ਲੜਿਆ ਕਾਹਨੂੰ ਸੀ। ਸੰਤ ਤਾਂ ਕਹਿੰਦਾ ਸੀਗਾ ਕਿ ਪੰਜਾਬੀ ਹੁਣ ਸੂਬਾ ਬਣਿਆ ਹੈ, ਸਾਡੇ ਜਿਹੜੇ ਇਲਾਕੇ ਗਏ ਨੇ ਹਰਿਆਣੇ ਹਿਮਾਚਲ ਦੇ ਵਿੱਚ, ਉਹ ਸਾਨੂੰ ਦਿੱਤੇ ਜਾਣ। ਪਾਣੀਆਂ ਦਾ ਮਸਲਾ ਸੀਗਾ, ਚੰਡੀਗੜ੍ਹ ਦਾ ਮਸਲਾ ਸੀਗਾ, ਤੇ ਇੱਕ ਮਸਲਾ ਹੋਰ ਸੀਗਾ ਵੱਧ ਅਧਿਕਾਰਾਂ ਦੇ ਨਾਲ, ਕਿ ਪੰਜਾਬ ਦੇ ਵਿੱਚ ਅੰਮ੍ਰਿਤਧਾਰੀ ਸਿੱਖ ਜਿਹੜਾ ਆ ਉਹ ਮੁੱਖ ਮੰਤਰੀ ਦੇ ਕੁਰਸੀ ਤੇ ਬੈਠੇ, ਦਸਤਾਰ ਵਾਲਾ, ਦਾੜਾ ਕੇਸ ਵਾਲਾ ਬੈਠੇ। ਸੰਤ ਜਰਨੈਲ ਸਿੰਘ ਪਹਾੜ ਹੈ, ਉਹ ਬੰਦਾ ਇੱਕ ਤੀਲੀ ਵੀ ਨਹੀਂ। ਜੇ ਆਪਾਂ ਆਪਣੇ ਇਤਿਹਾਸ ਨੂੰ ਭੁੱਲ ਕੇ ਤੇ ਆਪਾਂ ਸੰਤਾਂ ਦੇ ਨਾਲ ਉਹਨੂੰ ਮਿਲਾ ਦਈਏ ਤੇ ਉਹ ਸਾਡੀ ਤੁਸੀਂ ਦੱਸ ਹੀ ਦਿਓ ਕਿਹਨੂੰ ਕਹਿਣਾ ਚਾਹੁੰਦੇ ਹੋ। ਤੁਹਾਨੂੰ ਪਤਾ ਹੈ ਜੀ, ਇਹ ਵਿਊਅਰਸ ਨੂੰ ਪਤਾ ਹੈ। ਮੈਂ ਉਸ ਬੰਦੇ ਦੇ ਕਦੀ ਖਿਲਾਫ ਨਹੀਂ ਸੀਗਾ। ਚਲੋ ਮੂਵਮੈਂਟ ਚਲਾਈ ਆ, ਨੌਜਵਾਨਾਂ ਨੂੰ ਪ੍ਰੇਰਿਤ ਕੀਤਾ ਮੂਵਮੈਂਟ 'ਚ ਜਾਣ ਨੂੰ, ਪਰ ਜਦੋਂ ਸੰਤ ਜਰਨੈਲ ਸਿੰਘ ਨਾਲ ਕੰਪੈਰੀਜ਼ਨ ਹੋ ਗਿਆ ਤੇ ਉਹਨੇ ਅੱਗਿਓਂ ਕਿਹਾ ਹੀ ਨਹੀਂ ਕਿ ਕੋਈ ਗੱਲ ਨਹੀਂ ਜੀ। ਜਾਂ ਤਾਂ ਇੰਟਰਵਿਊ ਕਰਕੇ ਇਤਰਾਜ਼ ਜਤਾਉਂਦਾ ਕਿ ਮੈਨੂੰ ਸੰਤ ਜਰਨੈਲ ਸਿੰਘ ਨਾਲ ਨਾ ਮਿਲਾਓ, ਮੈਂ ਉਹਨਾਂ ਦੇ ਪੈਰ ਅਰਗਾ ਨਹੀਂ ਗਾ। ਪਰ ਜਦੋਂ ਅਗਲੇ ਨੇ, ਜਦੋਂ ਤੁਸੀਂ ਇਤਰਾਜ਼ ਨਹੀਂ ਜਤਾਉਂਦੇ, ਉਹ ਸਹਿਮਤੀ ਹੁੰਦੀ ਆ। ਮੈਨੂੰ ਉਧਰੋਂ ਦੁੱਖ ਲੱਗਾ। ਮੈਨੂੰ ਹੋਰ ਕਿਸੇ ਗੱਲ ਦਾ, ਤੁਸੀਂ ਰਾਜਨੀਤੀ ਕਰਨੀ ਕਰੋ, ਸਾਰਿਆਂ ਦਾ ਹੱਕ ਬਣਦਾ ਹੈ, ਕਰੋ ਜੀ, ਸਦਕੇ ਕਰੋ, ਵਧੋ ਫੁੱਲੋ। ਪਰ ਜਦੋਂ ਤੁਸੀਂ ਇੱਕ ਸੰਤ ਦੇ ਨਾਲ ਆਪਣੇ ਆਪ ਨੂੰ ਜੋੜ ਲੈਂਦੇ ਹੋ ਕਿ ਅਸੀਂ ਉਹਨਾਂ ਦੇ ਵਾਰਸ ਹਾਂ, ਕੇਸ ਹੈ ਨੇ। ਤੁਸੀਂ ਕਰਦੇ ਰਾਜਨੀਤੀ, ਮੈਂ ਕੁਛ ਨਹੀਂ ਸੀ ਕਹਿਣਾ, ਕਰੋ, ਵਧੋ ਫੁੱਲੋ, ਪੰਜਾਬ ਦਾ ਨਾਂ ਅੱਗੇ ਕਰੋ, ਪੰਜਾਬ ਦੇ ਹੱਕਾਂ ਦੀ ਗੱਲ ਕਰੋ। ਪਰ ਤੁਸੀਂ ਕਹਿੰਦੇ ਹੋ ਕਿ ਅਸੀਂ ਸੰਤਾਂ ਦੇ ਵਾਰਸ ਹਾਂ, ਤੁਸੀਂ ਸੰਤਾਂ ਦੇ ਵਾਰਸ ਨਹੀਂ ਹੈਗੇ। ਜਾਂਦੇ ਜਾਂਦੇ ਮੈਂ ਇੱਕ ਸਵਾਲ ਹੋਰ ਪੁੱਛਣਾ ਚਾਹੂੰਗਾ ਜੀ। ਜਿਹੜੀ ਅੱਜ ਦੀ ਨੌਜਵਾਨੀ ਆ, ਖਾਸ ਕਰਕੇ ਜੇ ਅਸੀਂ ਗੱਲ ਕਰਦੇ ਆ, ਪੁਆਧ ਦੀ ਗੱਲ ਹੁੰਦੀ ਆ, ਮਾਝੇ ਦੀ ਗੱਲ ਹੁੰਦੀ ਆ, ਦੁਆਬੇ ਦੀ ਗੱਲ ਹੁੰਦੀ ਆ, ਤੇ ਮਾਲਵੇ ਦਾ ਵੱਡਾ ਖਿੱਤਾ ਗਾ, ਉਹਦੇ ਵਿੱਚ ਕਿਵੇਂ ਤੁਸੀਂ ਆਪਦੇ ਸੰਗਠਨ ਨੂੰ ਮਜ਼ਬੂਤ ਕਰ ਰਹੇ ਹੋ, ਫੈਡਰੇਸ਼ਨ ਨੂੰ ਕਿਵੇਂ ਮਜ਼ਬੂਤ ਕਰ ਰਹੇ ਹੋ? ਕੁਝ ਨਵਾਂ ਬਲੂਪ੍ਰਿੰਟ ਤਿਆਰ ਕੀਤਾ, ਕੋਈ ਨਵੀਂ ਚੀਜ਼ ਦੱਸਣੀ ਚਾਹੋਗੇ? ਬਿਲਕੁਲ ਬਿਲਕੁਲ। ਦੇਖੋ, ਹੁਣੇ ਆਪਾਂ 3-4 ਗੱਲਾਂ ਕੀਤੀਆਂ ਨੇ ਜੀ। ਆਪਣੀ ਪਹਿਚਾਣ ਦੀ ਗੱਲ ਕੀਤੀ, ਆਪਣੇ ਇਤਿਹਾਸ ਦੀ ਗੱਲ ਕੀਤੀ ਹੈ, ਜਾਣਨਾ ਬਹੁਤ ਜ਼ਰੂਰੀ, ਆਪਣੇ ਹੱਕਾਂ ਦੀ ਗੱਲ ਕੀਤੀ। ਕਈ ਵਾਰੀ ਹੱਕ ਨਹੀਂ ਪਤਾ ਹੁੰਦੇ ਆਪਾਂ ਨੂੰ ਜੀ। ਸੋ ਲੋਕਡਾਊਨ ਲੱਗਾ, ਨਹੀਂ ਤਾਂ ਹੁਣ ਨੂੰ ਕੀ ਕਹਿੰਦੇ ਜਥੇਬੰਦ ਹੋ ਜਾਣਾ ਸੀਗਾ ਸਭ ਕੁਝ। ਸੋ ਹੁਣ ਜਰਨਲ ਇਜਲਾਸ ਆਏਗਾ ਫੈਡਰੇਸ਼ਨ ਦਾ ਜੀ, ਉਧਰੋਂ ਇੱਕ ਨਵੀਂ ਸ਼ੁਰੂਆਤ ਹੋਏਗੀ ਜੀ। ਸੋ ਇੱਕ ਜਦੋਂ ਦਿਲ ਦੇ ਵਿੱਚ ਉਹ ਦ੍ਰਿੜਤਾ ਲੈ ਕੇ ਚੱਲੀਏ, ਇੱਕ ਮਕਸਦ ਲੈ ਕੇ ਚੱਲੀਏ ਕਿ ਗੱਲ ਕਰਨੀ ਪਹਿਲਾਂ ਧਰਮ ਦੀ ਕਰਨੀ ਹੈ, ਹੋਰ ਕੋਈ ਕਰਨੀ ਨਹੀਂ। ਸੋ ਜੋ ਰੋਸ ਮਨ ਦੇ ਵਿੱਚ ਹੈ, ਇੱਕ ਪੰਥਕ ਦਰਦ ਹੈ ਕਿ ਇਤਿਹਾਸ ਸਾਡਾ ਮੁੱਕ ਗਿਆ ਹੈ, ਆਰਥਿਕ ਤੌਰ ਤੇ ਪੰਜਾਬ ਨੂੰ ਕਮਜ਼ੋਰ ਕਰਨ ਦੀਆਂ ਨੀਤੀਆਂ ਜਿਹੜੀਆਂ ਸੈਂਟਰ ਬਣਾ ਰਹੀ ਹੈ, ਤੇ ਸਾਡੀ ਜਿਹੜੀ ਨੌਜਵਾਨੀ, ਕਿਉਂਕਿ 3 ਹੀ ਤਰੀਕੇ ਨੇ ਕੌਮ ਨੂੰ ਖਤਮ ਕਰਨ ਦੇ। ਹੁਣ ਜਿਹੜੀ ਨੌਜਵਾਨੀ ਆ ਸਾਡੀ, ਬਾਰਡਰ ਲੱਗਦਾ ਪਾਕਿਸਤਾਨ ਦਾ, ਹੋਰ ਵੀ ਸਟੇਟਾਂ ਦੇ ਨਾਲ ਸਭ ਤੋਂ ਜ਼ਿਆਦਾ ਨਸ਼ਾ ਜਿਹੜਾ ਹੈ ਪੰਜਾਬ ਦੇ ਵਿੱਚ ਹੈ। ਤੇ ਪੰਜਾਬ ਦਾ ਜੇ ਨੌਜਵਾਨ ਹੀ ਨਪੁੰਸਕ ਹੋ ਗਿਆ, ਨਕਾਰਾ ਹੋ ਗਿਆ, ਕਿਉਂਕਿ ਸਭ ਤੋਂ ਜ਼ਿਆਦਾ ਪੋਟੈਂਸ਼ੀਅਲ ਜਿਹੜਾ ਹੈ ਨੌਜਵਾਨਾਂ 'ਚ ਹੁੰਦਾ ਹੈ, ਤੇ ਜੇ ਉਹਨੂੰ ਆਪਾਂ ਨਕਾਰਾ ਕਰਤਾ ਤੇ ਕੌਮ ਕਿੱਥੇ ਜਾਏਗੀ? ਸੋ ਸੁਚੇਤ ਕਰਨਾ ਹੱਕਾਂ ਤੋਂ, ਤੇ ਹੱਕਾਂ ਲਈ ਜਥੇਬੰਦ ਕਰਨਾ। ਜਿਹੜੇ ਤਾਂ ਮੁੱਢਲੇ ਸਾਡੇ ਮੰਤਵ ਰਹੇ ਨੇ ਹਮੇਸ਼ਾ, ਉਹਨਾਂ ਨੂੰ ਤਾਂ ਹਮੇਸ਼ਾ ਕਰਾਂਗੇ। ਉਹਨਾਂ ਨੂੰ ਦੂਰੇ ਜ਼ੋਰ ਦੇ ਨਾਲ ਅਸੀਂ ਹੁਣ, ਕਿਉਂਕਿ ਸਾਡੇ ਕੋਲ ਸੋਸ਼ਲ ਮੀਡੀਆ ਹੈ, ਭਾਈ ਅਮਰੀਕ ਸਿੰਘ ਕੋਲ, ਭਾਈ ਮਨਜੀਤ ਸਿੰਘ ਕੋਲ ਸੋਸ਼ਲ ਮੀਡੀਆ ਕੋਈ ਨਹੀਂ ਸੀ ਹੈ, ਸਾਡੇ ਕੋਲ ਸੋਸ਼ਲ ਮੀਡੀਆ ਹੈ, ਅਸੀਂ ਆਪਣੀ ਆਵਾਜ਼ ਰੱਖ ਸਕਦੇ ਹਾਂ, ਰਾਸ਼ਟਰੀ ਅੰਤਰਰਾਸ਼ਟਰੀ ਪੱਧਰ ਤੇ ਵੀ ਰੱਖ ਸਕਦੇ ਹਾਂ ਜੀ। ਤੇ ਮੈਂ ਸਮਝਦਾ ਹਾਂ ਕਿ ਹਰ ਨੌਜਵਾਨ ਨੂੰ, ਸਿੱਖ ਨੌਜਵਾਨ ਨੂੰ, ਪੰਜਾਬ ਦੇ ਹਰ ਨੌਜਵਾਨ ਨੂੰ, ਕਿਉਂਕਿ ਇੱਕ ਮੈਂ ਗੱਲ ਹੋਰ ਕਰ ਦਵਾਂ ਕਿ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਜਿਹੜੀ ਹੈ ਬੜੀ ਸੈਕੂਲਰ ਫੈਡਰੇਸ਼ਨ ਰਹੀ ਹੈ ਜੀ। ਇਹਦੇ ਪ੍ਰਧਾਨ ਕੀ ਕਹਿੰਦੇ ਆ, ਭਾਈ ਲਾਲ ਜੀ ਵੀ ਰਹੇ ਨੇ ਜੀ, ਜੋ ਕਿ ਹਿੰਦੂ ਸੀ ਜੀ। ਸੋ ਆ ਮਤ ਸੋਚਣ ਮੇਰੇ ਹਿੰਦੂ ਵੀਰ ਕੇ ਵੀ ਸਿੱਖਾਂ ਦੀ ਫੈਡਰੇਸ਼ਨ ਆ ਚੱਲੀ ਆ, ਖਰੇ ਇਹਨਾਂ ਨੇ ਸਾਨੂੰ ਮੁਕਾ ਦੇਣਾ ਜਾਂ ਮੁਕਾਉਣ ਦਾ ਯਤਨ ਕਰਨਾ, ਜਾਂ ਗੰਦੀ ਕੀ ਕਹਿੰਦੇ ਵਿਚਾਰਧਾਰਾ ਧਰਨਗੇ ਹਿੰਦੂ ਦੇ ਖਿਲਾਫ ਜਾਂ ਮੁਸਲਮਾਨ ਦੇ ਖਿਲਾਫ। ਕਦੀ ਧਰੀ ਨਹੀਂ। ਜਿਹੜਾ ਸਿੱਖ ਹੈ ਕਿਸੇ ਦੀ ਨਿੰਦਿਆ ਧਰਮ ਦੀ ਨਹੀਂ ਕਰ ਸਕਦਾ। ਹਾਂ, ਸੈਲਫ ਡਿਫੈਂਸ ਸਿੱਖ ਹਮੇਸ਼ਾ ਕਰੇਗਾ। ਕਦੀ ਵੀ ਉਸ ਚੀਜ਼ ਤੋਂ, ਇਹ ਸੰਤ ਜਰਨੈਲ ਸਿੰਘ ਵੀ ਕਹਿੰਦੇ ਸੀਗੇ ਕਿ ਸ਼ਾਂਤੀ ਰੱਖੋ, ਅੱਜ ਵੀ ਕਹਿੰਦੇ ਸ਼ਾਂਤੀ ਰੱਖੋ, ਸ਼ਾਂਤੀ ਰੱਖੋ। ਸ਼ਾਂਤੀ ਮੜੀਆਂ 'ਚ ਹੁੰਦੀ ਜੇ ਸ਼ਾਂਤੀ। ਸੰਤ ਜਰਨੈਲ ਸਿੰਘ ਕਹਿੰਦੇ ਓਨੀ ਦੇਰ, ਕਿੰਨੀ ਕੁ ਦੇਰ ਰੱਖ ਲਓਗੇ ਤੁਸੀਂ, ਜਦੋਂ ਅਗਲਾ ਤੁਹਾਡੇ ਘਰ ਤੇ ਚੜ੍ਹ ਕੇ ਆਇਆ। ਭਾਰਤ ਦੀ ਸਰਕਾਰ 1.5 ਲੱਖ ਦਾ ਘੇਰਾ ਪਿਆ ਹੈ, 200-250 ਸਿੰਘ ਸੰਤ ਜਰਨੈਲ ਸਿੰਘ ਦੇ ਨਾਲ, ਮਾਫ ਕਰਿਓ, ਸੰਤ ਜਰਨੈਲ ਸਿੰਘ ਦੇ ਨਾਲ ਨੇ, ਤੇ ਤੁਹਾਡਾ ਘਰ ਕੋਈ ਢਾਉਣ ਆਵੇ, ਗੁਰੂ ਸਾਡਾ ਪਿਤਾ ਏ,
ਤੇ ਹਰਮੰਦਰ ਸਾਡਾ ਘਰ ਹੈ, ਘਰ ਤੇ ਕੋਈ ਚੜ ਕੇ ਆਵੇ ਤਾਂ ਤੁਸੀਂ ਸ਼ਾਂਤੀ ਕਿਵੇਂ ਰੱਖ ਲਓਗੇ? ਸੋ ਉਦੋਂ ਗੁਰੂ ਮਹਾਰਾਜ ਕਹਿੰਦੇ ਆ ਤੰਗ ਆਮਦ ਬਾਜੰਗ ਆਮਦ, ਕਿ ਜਦੋਂ ਹੋਰ ਕੋਈ ਵਿਕਲਪ ਨਹੀਂ ਰਹਿ ਜਾਂਦਾ ਉਦੋਂ ਸਿੰਘ ਹਥਿਆਰ ਚੁੱਕਦਾ ਹੈ। ਸੋ ਸ਼ਾਂਤੀ ਉਨੀ ਦੇਰ ਜਿੰਨੀ ਦੇਰ ਬਣਦੀ ਹੈ। ਸੋ ਇਸ ਚੀਜ਼ ਦੇ ਨਾਲ ਮੈਂ ਆਪਣਾ ਜਿਹੜਾ ਆਰਗੂਮੈਂਟ ਕਨਕਲੂਡ ਕਰਨਾ ਚਾਹੂੰਗਾ। ਜੀ ਚਰਚ ਸਿੰਘ ਜੀ, ਤੁਸੀਂ ਸਮਾਂ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਥੈਂਕ ਯੂ। ਸੋ ਇਹ ਸੀ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਉੱਭਰਦੇ ਹੋਏ ਚਿਹਰੇ ਤੇ ਸ਼ਹੀਦਾਂ ਦੇ ਪਰਿਵਾਰ ਚੋਂ ਕੰਵਰ ਚਰਚ ਸਿੰਘ। ਅੱਗੇ ਫਿਰ ਹਾਜ਼ਰ ਹੋਵਾਂਗੇ ਜਿਹੀ ਹੀ ਕੋਈ ਸਿੱਖ ਸ਼ਖਸੀਅਤ ਦੀ ਮੁਲਾਕਾਤ ਲੈ ਕੇ। ਹੁਣ ਆਪਣੇ ਦੋਸਤ ਰਤਨਦੀਪ ਸਿੰਘ ਧਾਲੀਵਾਲ ਨੂੰ ਦਿਓ ਇਜਾਜ਼ਤ। ਦੇਖਦੇ ਰਹੋ RMB ਟੈਲੀਵਿਜ਼ਨ। ਧੰਨਵਾਦ ਜੀ।